JMC. If you could turn in your Bibles to the book of Matthew, chapter 6, verses 19 to 34. ਕਿਰਪਾ ਕਰਕੇ ਤੁਸੀਂ ਆਪਣੀ ਮਤੀ ਦੀ ਕਿਤਾਬ ਖੋਲੋ ਔਰ ਅਸੀਂ ਉਸ ਦੇ ਚੈਪਟਰ 6 ਤੋਂ 6 ਦਾ 19 ਤੋਂ 34 ਤੱਕ ਦੇਖਾਂਗੇ। ਇਹ ਪੰਜਾਬੀ ਬਾਈਬਲਾਂ ਦਾ 10 ਔਰ 11 ਨੰਬਰ ਪੰਨਾ ਹੈ। So the book of Matthew, chapter 6, verses 19 to 34, and I'll ask Uncle to read that in Punjabi. ਮੈਂ 19 ਤੋਂ ਲੈ ਕੇ 34 ਵਰਸ ਤੱਕ ਮਤੀ ਦੇ ਚੈਪਟਰ 6 ਨੂੰ ਪੜ੍ਹ ਰਿਹਾ, ਤੁਸੀਂ ਮੇਰੇ ਨਾਲ ਦੇਖ ਸਕਦੇ ਹੋ। ਧਰਤੀ ਉੱਤੇ ਆਪਣੇ ਲਈ ਧਨ ਇਕੱਠਾ ਨਾ ਕਰੋ, ਜਿੱਥੇ ਕੀੜੇ ਤੇ ਜੰਗਾਲ ਨਾਸ਼ ਕਰ ਦਿੰਦੇ ਹਨ, ਚੋਰ ਸੰਨ ਲਾਉਂਦੇ ਹਨ ਅਤੇ ਚੋਰੀਆਂ ਕਰਦੇ ਹਨ। ਸਗੋਂ ਸਵਰਗ ਵਿੱਚ ਆਪਣਾ ਧਨ ਇਕੱਠਾ ਕਰੋ, ਜਿੱਥੇ ਕੀੜਾ ਅਤੇ ਜੰਗਾਲ ਨਾਸ਼ ਨਹੀਂ ਕਰ ਸਕਦੇ ਹਨ ਅਤੇ ਨਾ ਹੀ ਚੋਰ ਸੰਨ ਲਾ ਸਕਦੇ ਹਨ, ਨਾ ਹੀ ਚੋਰੀ ਕਰ ਸਕਦੇ ਹਨ। ਕਿਉਂਕਿ ਜਿੱਥੇ ਤੇਰਾ ਧਨ ਹੋਵੇਗਾ ਉੱਥੇ ਤੇਰਾ ਮਨ ਸਦਾ ਲੱਗਾ ਰਹੇਗਾ। ਸਰੀਰ ਦਾ ਦੀਵਾ ਅੱਖ ਹੈ, ਇਸ ਲਈ ਜੇਕਰ ਤੇਰੀ ਅੱਖ ਸਾਫ਼ ਹੈ ਤਾਂ ਤੇਰਾ ਸਾਰਾ ਸਰੀਰ ਚਾਨਣ ਨਾਲ ਭਰਿਆ ਹੋਵੇਗਾ। ਜੇਕਰ ਤੇਰੀ ਅੱਖ ਖਰਾਬ ਹੈ ਤਾਂ ਤੇਰਾ ਸਾਰਾ ਸਰੀਰ ਵੀ ਹਨੇਰੇ ਨਾਲ ਭਰਿਆ ਹੋਵੇਗਾ। ਸੋ ਜੇਕਰ ਤੇਰੇ ਅੰਦਰਲਾ ਚਾਨਣ ਹਨੇਰੇ ਵਿੱਚ ਬਦਲ ਜਾਏ ਤਾਂ ਇਹ ਕਿੰਨਾ ਵੱਡਾ ਹਨੇਰਾ ਹੋਵੇਗਾ। ਕੋਈ ਮਨੁੱਖ ਦੋ ਮਾਲਕਾਂ ਦੀ ਸੇਵਾ ਨਹੀਂ ਕਰ ਸਕਦਾ ਹੈ। ਉਹ ਇੱਕ ਨਾਲ ਘਿਰਨਾ ਕਰੇਗਾ, ਦੂਜੇ ਨਾਲ ਪਿਆਰ, ਜਾਂ ਇੱਕ ਦਾ ਆਦਰ ਕਰੇਗਾ ਅਤੇ ਦੂਜੇ ਦਾ ਤਿਰਸਕਾਰ। ਤੁਸੀਂ ਪਰਮੇਸ਼ਰ ਅਤੇ ਧਨ ਦੋਨਾਂ ਦੀ ਸੇਵਾ ਨਹੀਂ ਕਰ ਸਕਦੇ ਹੋ। ਮੈਂ ਤੁਹਾਨੂੰ ਕਹਿੰਦਾ ਹਾਂ ਕਿ ਤੁਸੀਂ ਆਪਣੇ ਜੀਵਨ ਅਤੇ ਸਰੀਰ ਦੇ ਲਈ ਚਿੰਤਾ ਨਾ ਕਰਨਾ, ਅਸੀਂ ਕੀ ਖਾਵਾਂਗੇ, ਅਸੀਂ ਕੀ ਪੀਵਾਂਗੇ, ਅਸੀਂ ਜਾਂ ਕੀ ਪਹਿਨਾਂਗੇ। ਕਿਉਂਕਿ ਜੀਵਨ ਦਾ ਮੁੱਲ ਭੋਜਨ ਨਾਲੋਂ ਕਿਤੇ ਅਧਿਕ ਹੈ ਅਤੇ ਸਰੀਰ ਦਾ ਮੁੱਲ ਕੱਪੜੇ ਨਾਲੋਂ। ਆਕਾਸ਼ ਦੇ ਪੰਛੀਆਂ ਵੱਲ ਧਿਆਨ ਦੇਵੋ, ਉਹ ਨਾ ਬੀਜਦੇ ਹਨ ਅਤੇ ਨਾ ਵਾਢੀ ਕਰਦੇ ਹਨ, ਨਾ ਹੀ ਭੜੋਲਿਆਂ ਵਿੱਚ ਇਕੱਠਾ ਕਰਦੇ ਹਨ, ਪਰ ਫਿਰ ਵੀ ਤੁਹਾਡਾ ਪਿਤਾ ਜੋ ਸਵਰਗ ਵਿੱਚ ਹੈ ਉਹਨਾਂ ਨੂੰ ਖਾਣ ਲਈ ਭੋਜਨ ਦਿੰਦਾ ਹੈ। ਕੀ ਤੁਸੀਂ ਪੰਛੀਆਂ ਨਾਲੋਂ ਕਿਤੇ ਅਧਿਕ ਉੱਤਮ ਨਹੀਂ ਹੋ? ਤੁਹਾਡੇ ਵਿੱਚ ਕੌਣ ਹੈ ਜੋ ਚਿੰਤਾ ਕਰਕੇ ਆਪਣੀ ਉਮਰ ਵਿੱਚ ਇੱਕ ਦਿਨ ਦਾ ਵਾਧਾ ਵੀ ਕਰ ਸਕਦਾ ਹੈ? ਤੁਸੀਂ ਕੱਪੜੇ ਲੱਤੇ ਬਾਰੇ ਕਿਉਂ ਚਿੰਤਾ ਕਰਦੇ ਹੋ? ਜੰਗਲੀ ਫੁੱਲਾਂ ਵੱਲ ਧਿਆਨ ਦੇਵੋ, ਉਹ ਕਿਸ ਤਰ੍ਹਾਂ ਵੱਧਦੇ ਫੁੱਲੇ ਹਨ। ਉਹ ਨਾ ਮਿਹਨਤ ਕਰਦੇ ਹਨ ਅਤੇ ਨਾ ਹੀ ਕੱਤਦੇ ਹਨ। ਮੈਂ ਤੁਹਾਨੂੰ ਦੱਸਦਾ ਹਾਂ, ਸੁਲੇਮਾਨ ਬੇਸ਼ੱਕ ਬਹੁਤ ਧਨੀ ਰਾਜਾ ਸੀ, ਪਰ ਫਿਰ ਵੀ ਉਸ ਦੇ ਵਸਤਰ ਵੀ ਇਹਨਾਂ ਫੁੱਲਾਂ ਨਾਲੋਂ ਵੱਧ ਸੁੰਦਰ ਨਹੀਂ ਸਨ। ਸੋ ਜੇਕਰ ਪਰਮੇਸ਼ਰ ਇਸ ਘਾਹ ਨੂੰ ਜੋ ਅੱਜ ਮੈਦਾਨ ਵਿੱਚ ਹੈ ਅਤੇ ਕੱਲ੍ਹ ਭੱਠੀ ਵਿੱਚ ਝੁਕੀ ਜਾਏਗੀ, ਇਸ ਤਰ੍ਹਾਂ ਸਜਾਉਂਦਾ ਹੈ, ਤਾਂ ਉਹ ਤੁਹਾਨੂੰ ਕਿਉਂ ਨਾ ਪਾਉਣ ਲਈ ਦੇਵੇਗਾ। ਤੁਹਾਡਾ ਵਿਸ਼ਵਾਸ ਕਿੰਨਾ ਘੱਟ ਹੈ। ਇਸ ਲਈ ਇਹ ਕਹਿ ਕੇ ਚਿੰਤਾ ਨਾ ਕਰੋ, ਅਸੀਂ ਕੀ ਖਾਵਾਂਗੇ, ਅਸੀਂ ਕੀ ਪੀਵਾਂਗੇ, ਜਾਂ ਅਸੀਂ ਕੀ ਪਹਿਨਾਂਗੇ। ਆਮ ਲੋਕ ਇਹਨਾਂ ਚੀਜ਼ਾਂ ਦੀ ਭਾਲ ਵਿੱਚ ਰਹਿੰਦੇ ਹਨ, ਪਰ ਤੁਹਾਡਾ ਪਿਤਾ ਜੋ ਸਵਰਗ ਵਿੱਚ ਹੈ ਜਾਣਦਾ ਹੈ ਕਿ ਤੁਹਾਨੂੰ ਇਹਨਾਂ ਸਭ ਚੀਜ਼ਾਂ ਦੀ ਲੋੜ ਹੈ। ਇਸ ਲਈ ਸਭ ਤੋਂ ਪਹਿਲਾਂ ਪਰਮੇਸ਼ਰ ਦੇ ਰਾਜ ਅਤੇ ਉਸ ਦੀ ਇੱਛਾ ਨੂੰ ਖੋਜੋ, ਤਾਂ ਇਹ ਸਭ ਚੀਜ਼ਾਂ ਪਰਮੇਸ਼ਰ ਆਪ ਹੀ ਤੁਹਾਨੂੰ ਦੇਵੇਗਾ। ਇਸ ਲਈ ਕੱਲ੍ਹ ਦੀ ਚਿੰਤਾ ਨਾ ਕਰੋ, ਕੱਲ੍ਹ ਆਪਣੀ ਚਿੰਤਾ ਕਰੇਗਾ। ਅੱਜ ਦੇ ਲਈ ਅੱਜ ਦਾ ਦੁੱਖ ਹੀ ਬਹੁਤ ਹੈ। So I'll just pray before we start. Prabhu, tera shukar hai dena te. God, I thank you for this day, and I pray for your word, Lord, to pierce our hearts and our minds and our lives, God. In Jesus' name I pray and ask. Amen. So in this passage, it's very interesting because Jesus, again, just like last week, he's putting the focus back on himself and the kingdom of God. ਜਿਸ ਤਰ੍ਹਾਂ ਕਿ ਅਸੀਂ ਪਿਛਲੀ ਵਾਰ ਵੀ ਦੇਖਿਆ ਸੀ, ਯੀਸ਼ੂ ਇਸ ਉਪਦੇਸ਼ ਦੇ ਵਿੱਚ ਵੀ ਇਸੇ ਚੀਜ਼ 'ਤੇ ਫੋਕਸ ਕਰਦਾ ਹੈ ਕਿ ਅਸੀਂ ਪ੍ਰਭੂ ਦੇ ਰਾਜ ਵੱਲ ਕਿਸ ਤਰ੍ਹਾਂ ਧਿਆਨ ਦੇ ਸਕਦੇ ਹਾਂ। We also learned last week that the kingdom of God is about two things. ਪਿਛਲੀ ਵਾਰ ਅਸੀਂ ਇਹ ਸਿੱਖਿਆ ਸੀ
ਕਿ ਪ੍ਰਭੂ ਦਾ ਰਾਜ ਦੋ ਚੀਜ਼ਾਂ ਦੇ ਬਾਰੇ ਵਿੱਚ ਹੈ। In one way, it's internal. It's inside of us. The kingdom is Jesus living inside of our hearts. ਇੱਕ ਢੰਗ ਨਾਲ ਇਹ ਅੰਦਰੂਨੀ ਹੈ, ਸਾਡੇ ਅੰਦਰ ਨਾਲ ਸੰਬੰਧਿਤ ਹੈ। But in another sense, it's outside. It's external. It's the rule of Jesus in the world, which hasn't fully happened yet. ਇਹ ਦੂਸਰੇ ਢੰਗ ਵਿੱਚ ਇਹ ਬਾਹਰਲੇ ਰਾਜ ਦੇ ਬਾਰੇ ਹੈ, ਜਿਹੜਾ ਅਜੇ ਤੱਕ ਹੋਇਆ ਨਹੀਂ, ਜਿਹੜਾ ਯੀਸ਼ੂ ਮਸੀਹ ਨੇ ਰਾਜੇ ਦੇ ਤੌਰ ਤੇ ਰਾਜ ਕਰਨਾ ਹੈ। And here, Jesus, what we learn in this passage is that Jesus tries to get his followers to focus on the kingdom of God through 4 ways. ਇੱਥੇ ਯੀਸ਼ੂ ਮਸੀਹ ਪਰਮੇਸ਼ਰ ਦੇ ਰਾਜ ਬਾਰੇ ਆਪਣੇ ਵਿਸ਼ਵਾਸੀਆਂ ਨੂੰ 4 ਢੰਗ ਨਾਲ ਚੀਜ਼ਾਂ ਨੂੰ ਸਾਫ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। One is through having an eternal perspective. ਇੱਕ ਤਾਂ ਆਤਮਿਕ ਦ੍ਰਿਸ਼ਟੀਕੋਣ ਹੈ। The other way is reminding them about the supremacy of God over money. ਦੂਸਰੇ ਇਹ ਦੱਸਣ ਦੀ ਕੋਸ਼ਿਸ਼ ਯੀਸ਼ੂ ਮਸੀਹ ਨੇ ਕੀਤੀ ਹੈ ਕਿ ਪਰਮੇਸ਼ਰ ਮਾਇਆ ਨਾਲੋਂ ਕਿਤੇ ਵੱਡਾ ਹੈ, ਰੁਪਏ ਨਾਲੋਂ, ਧਨ ਨਾਲੋਂ ਕਿਤੇ ਵੱਡਾ ਹੈ। The third is the supremacy of human beings over creation. ਤੀਸਰੇ ਇਹ ਦੱਸਿਆ ਹੈ ਕਿ ਮਨੁੱਖ ਸ੍ਰਿਸ਼ਟੀ ਦੇ ਵਿੱਚ ਹਰ ਚੀਜ਼ ਨਾਲੋਂ ਉੱਤਮ ਹੈ, ਮਨੁੱਖ ਨੂੰ ਇਹਨਾਂ ਚੀਜ਼ਾਂ ਤੇ ਰਾਜ ਕਰਨ ਲਈ ਪ੍ਰਭੂ ਨੇ ਬਣਾਇਆ ਹੈ। And the fourth way is the sovereignty, which means the control of God. ਔਰ ਆਖਰੀ ਤੇ ਚੌਥੀ ਚੀਜ਼ ਇਹ ਹੈ ਕਿ ਸਾਰੇ ਸੰਸਾਰ ਦਾ ਅੰਤ ਦੇ ਵਿੱਚ ਪ੍ਰਭੂ ਹੀ ਮਾਲਕ ਹੈ, ਪ੍ਰਭੂ ਹੀ ਸਾਰੇ ਸੰਸਾਰ ਦਾ ਇਟਰਨਲ ਰਾਜਾ ਹੈ, ਰਾਜ ਸਿਰਫ ਉਸੇ ਦਾ ਹੀ ਹੋਏਗਾ। So through these 4 ways, he gets them to focus on the kingdom of God. ਇਹਨਾਂ 4 ਢੰਗਾਂ ਨਾਲ ਉਹ ਸਾਨੂੰ ਪ੍ਰਭੂ ਦੇ ਰਾਜ ਦੇ ਬਾਰੇ ਦੱਸਦਾ ਹੈ। Many times, a lot of Jesus' teachings is about keeping the main thing the main thing. ਕਦੇ-ਕਦੇ ਯੀਸ਼ੂ ਮਸੀਹ ਦੇ ਸਿੱਖਿਆ ਦੇ ਵਿੱਚ ਇਹ ਚੀਜ਼ ਹੁੰਦਾ ਹੈ ਕਿ ਉਹ ਮਹੱਤਵ ਚੀਜ਼ਾਂ ਨੂੰ ਹੀ ਮਹੱਤਵ ਸਥਾਨ ਦਿੰਦਾ ਹੈ। And this is important in different parts in every type of training you do, whether it's, if you're being a doctor or you're becoming a teacher or even in the arts. A lot of times your training is about keeping something more important than any other thing. ਤੁਸੀਂ ਕਿਸੇ ਪੇਸ਼ੇ ਦੇ ਵਿੱਚ ਵੀ ਜਾਓ, ਡਾਕਟਰ ਦੇ ਵਿੱਚ ਜਾਓ, ਇੰਜੀਨੀਅਰਿੰਗ ਦੇ ਵਿੱਚ ਜਾਓ ਜਾਂ ਜ਼ਿੰਦਗੀ ਦੀ ਕਿਸੇ ਵੀ ਉਚਾਈ ਦੇ ਪੇਸ਼ੇ ਦੇ ਵਿੱਚ ਜਾਓ, ਇਹਨਾਂ ਚੀਜ਼ਾਂ ਦਾ ਜਿਹੜੀ ਸੁਪਰੀਮੇਸੀ ਹੈ, ਇਹਨਾਂ ਚੀਜ਼ਾਂ ਦਾ ਹਮੇਸ਼ਾ ਧਿਆਨ ਰੱਖਿਆ ਜਾਂਦਾ ਹੈ। Something always rises to be the most important thing that you're learning. ਇਸ ਗੱਲ ਦਾ ਹਮੇਸ਼ਾ ਖਿਆਲ ਰੱਖਿਆ ਜਾਂਦਾ ਹੈ ਕਿ ਤੁਹਾਡੀ ਸਿੱਖਿਆ ਦੇ ਵਿੱਚ ਸਭ ਤੋਂ ਜ਼ਰੂਰੀ ਤੇ ਉੱਤਮ ਚੀਜ਼ ਕਿਹੜੀ ਆ। And for example, in acting training, the teachers would always say, focus on the fact that acting is doing. Acting means to do an action. ਜਿਸ ਤਰ੍ਹਾਂ ਅਸੀਂ ਐਕਟਿੰਗ ਦੇ ਪੇਸ਼ੇ ਨੂੰ ਲੈ ਲੈਂਦੇ ਆ, ਜਦੋਂ ਕੋਈ ਐਕਟਿੰਗ ਦਾ ਪੇਸ਼ਾ ਸਿਖਾਇਆ ਜਾਂਦਾ ਹੈ ਤੇ ਟੀਚਰ ਤੁਹਾਨੂੰ ਇਸ ਚੀਜ਼ ਤੇ ਫੋਕਸ ਕਰਨ ਲਈ ਕਹਿੰਦਾ ਹੈ ਕਿ ਐਕਟਿੰਗ ਮੀਨਸ ਤੁਸੀਂ ਐਕਟਿੰਗ ਕਰਨੀ ਆ, ਇਸ ਚੀਜ਼ ਤੇ ਧਿਆਨ ਦਿਓ। Yeah, acting is doing an action. ਐਕਟਿੰਗ ਜਿਹੜਾ ਹੈ ਤੁਸੀਂ ਕੋਈ ਕਰਤੱਵ ਕਰਨਾ, ਕੋਈ ਕੁਛ ਚੀਜ਼ ਤੁਸੀਂ ਕਰਕੇ ਦਿਖਾਣਾ ਹੈ, ਅਸਲੀ ਦੀ ਤੁਸੀਂ ਨਕਲ ਕਰਕੇ ਦੱਸਣੀ ਹੈ। So for example, if an actor at the school was worried about what the audience is going to think, if the actor is worried, okay, is the audience going to laugh? Is the audience going to cry? The director would tell the actor, stop thinking, don't think about the audience. Focus on what you are doing. The ਡਾਇਰੈਕਟਰ action. ਐਕਟਰਾਂ ਨੂੰ ਆਮ ਕਰਕੇ ਇਹ ਸਿਖਾਉਂਦੇ ਨੇ ਕਿ ਸਾਹਮਣੇ ਜਿਹੜਾ ਆਡੀਅנס ਬੈਠਾ ਹੈ ਉਹ ਹੱਸੇਗਾ ਜਾਂ ਉਹ ਰੋਏਗਾ ਜਾਂ ਉਹ ਤੇਰੀ ਐਕਟਿੰਗ ਦੇ ਬਾਰੇ ਕੀ ਸੋਚੇਗਾ, ਤੈਨੂੰ ਇਹਨਾਂ ਚੀਜ਼ਾਂ ਵੱਲ ਧਿਆਨ ਦੇਣ ਦੀ ਲੋੜ ਨਹੀਂ। So if an actor in the scene was trying to paint a wall, or if the actor was trying to shine his shoes, the director would say, focus on that action. Don't worry about what the ਡਾਇਰੈਕਟਰ audience is ਐਕਟਰ thinking. ਨੂੰ ਇਹ ਸਿਖਾਉਂਦਾ ਹੈ ਕਿ ਜੇ ਤੂੰ ਦੀਵਾਰ ਤੇ ਕੰਮ ਕਰ ਰਿਹਾ ਤਾਂ ਤੂੰ ਉੱਥੇ ਕਨਸੈਂਟਰੇਟ ਕਰ, ਜੇ ਤੂੰ ਆਪਣੀ ਜੁੱਤੀ ਨੂੰ ਚਮਕਾਉਣ ਦੀ ਕੋਸ਼ਿਸ਼ ਕਰ ਰਿਹਾ ਤਾਂ ਤੂੰ ਉੱਥੇ ਕਨਸੈਂਟਰੇਟ ਕਰ, ਜਿਹੜਾ ਕੰਮ ਤੇਰੇ ਹੱਥ ਦੇ ਵਿੱਚ ਆ ਉਹਦੇ ਤੇ ਆਪਣੀ ਪੂਰੀ ਤਵੱਜੋ ਦੇ। And this was very helpful for us as actors because there were so many different things we could think about, but when we focused on the main thing, actions, we didn't worry about other things. ਇਹ ਚੀਜ਼ ਸਾਨੂੰ ਐਕਟਰਾਂ ਨੂੰ ਬਹੁਤ ਮਦਦ ਕਰਦੀ ਹੈ, ਕਿਉਂਕਿ ਜਦੋਂ ਅਸੀਂ ਐਕਟਿੰਗ ਦਾ ਕੰਮ ਕਰਨਾ ਹੁੰਦਾ ਹੈ ਸਾਡੇ ਲਈ ਇਹ ਅਤੀ ਜ਼ਰੂਰੀ ਹੈ ਕਿ ਸਾਡੇ ਸਾਹਮਣੇ ਜਿਹੜੀ ਐਕਟਿੰਗ ਹੈ ਅਸੀਂ ਸਿਰਫ ਉਹਦੇ ਤੇ ਹੀ ਕਨਸੈਂਟਰੇਟ ਕਰੀਏ। And in this story, the main thing is the kingdom of God. ਔਰ ਇਸ ਉਪਦੇਸ਼ ਦੇ ਵਿੱਚ ਜਿਹੜਾ ਸਾਡਾ ਮੇਨ ਮਸਲਾ ਹੈ ਉਹ ਪ੍ਰਭੂ ਦਾ ਰਾਜ ਹੈ। Throughout the book of
Matthew, we see Jesus over and over again bringing the disciples' focus back to the kingdom of God. ਅਸੀਂ ਮਤੀ ਦੀ ਸਾਰੀ ਕਿਤਾਬ ਦੇ ਵਿੱਚ ਦੇਖਦੇ ਹਾਂ ਕਿ ਯੀਸ਼ੂ ਆਪਣੇ ਵਿਸ਼ਵਾਸੀਆਂ ਦਾ ਧਿਆਨ ਇੱਕੋ ਹੀ ਗੱਲ ਤੇ ਕੇਂਦਰਿਤ ਕਰ ਰਿਹਾ ਹੈ ਔਰ ਉਹ ਹੈ ਪ੍ਰਭੂ ਦਾ ਰਾਜ। Okay, so let's focus on this. I'm just gonna read verses 19 and 20 again. So I'm gonna read this, and then Uncle can read it in Punjabi. Do not lay up for yourself treasures on earth, where moth and rust destroy, and where thieves break in and steal. But lay up for yourself treasures in heaven, where neither moth nor rust destroys, and where thieves do not break in and steal. ਇਹ ਵਰਸਾਂ 19 ਤੇ 20 ਮੈਂ ਪਹਿਲਾਂ ਤੁਹਾਡੇ ਨਾਲ ਸ਼ੇਅਰ ਕਰ ਚੁੱਕਿਆ ਹਾਂ। So here, you could read it again if you want. Yeah. Just 19 and 20. ਧਰਤੀ ਉੱਤੇ ਆਪਣੇ ਲਈ ਧਨ ਇਕੱਠਾ ਨਾ ਕਰੋ ਜਿੱਥੇ ਕੀੜੇ ਅਤੇ ਜੰਗਾਲ ਨਾਸ਼ ਕਰ ਦਿੰਦੇ ਹਨ, ਚੋਰ ਸੰਨਾਂ ਲਾਉਂਦੇ ਅਤੇ ਚੋਰੀਆਂ ਕਰਦੇ ਹਨ, ਸਗੋਂ ਸਵਰਗ ਵਿੱਚ ਆਪਣਾ ਧਨ ਇਕੱਠਾ ਕਰੋ ਜਿੱਥੇ ਕੀੜਾ ਅਤੇ ਜੰਗਾਲ ਨਾਸ਼ ਨਹੀਂ ਕਰਦੇ ਹਨ, ਨਾ ਹੀ ਚੋਰ ਸੰਨ ਲਾ ਸਕਦੇ ਹਨ ਤੇ ਨਾ ਹੀ ਚੋਰੀ ਕਰ ਸਕਦੇ ਹਨ। So this is very important because Jesus is teaching his disciples that everything on earth has a time frame and a limit. ਯੀਸ਼ੂ ਮਸੀਹ ਇਹ ਗੱਲ ਦੱਸਣ ਦੀ ਕੋਸ਼ਿਸ਼ ਕਰ ਰਿਹਾ ਕਿ ਸਾਨੂੰ ਸਾਡੀਆਂ ਅੱਖਾਂ ਨੂੰ ਜਿਹੜੀ ਚੀਜ਼ ਵੀ ਇਸ ਸੰਸਾਰ ਦੇ ਵਿੱਚ ਦਿਖਦੀ ਆ ਉਹਦੇ ਨਾਸ਼ ਦੇ ਲਈ ਇੱਕ ਸਮਾਂ ਮੁਕੱਰਰ ਕੀਤਾ ਹੋਇਆ ਹੈ। Whatever we have in our possessions, whether it's our house, whether it's our finances, whatever possessions we have are in a dangerous situation. ਸਾਡੀ ਦੁਨਿਆਵੀ ਜੋ ਜਾਇਦਾਦ ਹੈ, ਚਾਹੇ ਉਹ ਧਨ ਹੋਏ, ਚਾਹੇ ਉਹ ਪੈਸਾ ਹੋਏ ਜਾਂ ਕੋਈ ਦੁਨਿਆਵੀ ਚੀਜ਼ਾਂ ਹੋਣ, ਉਹ ਨਾਸ਼ਵਾਨ ਨੇ। ਇੱਕ ਦਿਨ ਉਹਨਾਂ ਦੀ ਇੱਕ ਖਾਤਮੇ ਦੀ ਮਿਤੀ ਮੁਕੱਰਰ ਕੀਤੀ ਹੋਈ ਹੈ। Yes, those things don't last forever, and even today, even during your time on earth, they can be stolen from you or they could be taken away. ਨਾ ਤਾਂ ਇਹ ਚੀਜ਼ਾਂ ਹੀ ਹਮੇਸ਼ਾ ਸਾਡੇ ਨਾਲ ਰਹਿਣੀਆਂ ਔਰ ਨਾ ਹੀ ਸਾਡਾ ਸਰੀਰ ਹੀ ਹਮੇਸ਼ਾ ਸਾਡੇ ਨਾਲ ਰਹਿਣਾ। ਕਿਸੇ ਵੇਲੇ ਵੀ ਤੁਹਾਡਾ ਸਰੀਰ ਤੁਹਾਡੇ ਕੋਲੋਂ ਖੋਇਆ ਜਾ ਸਕਦਾ ਹੈ। We also see in various parts of the world that natural disasters happen. There are things outside of our control that could dramatically change things that we cherish here on ਅਸੀਂ earth. ਆਪਣੀ ਜ਼ਿੰਦਗੀ ਦੇ ਵਿੱਚ ਦੇਖਦੇ ਹਾਂ, ਸਾਰੀ ਦੁਨੀਆ ਦੇ ਵਿੱਚ ਦੇਖਦੇ ਹਾਂ, ਕੁਦਰਤੀ ਆਫਤਾਂ ਆਉਂਦੀਆਂ ਨੇ, ਮਿੰਟਾਂ ਦੇ ਵਿੱਚ ਆਦਮੀ ਦੇ ਜੀਵਨ ਦੇ ਵਿੱਚ ਤਬਦੀਲੀਆਂ ਆ ਜਾਂਦੀਆਂ ਨੇ। ਅੱਜ ਜਿਹਨਾਂ ਕੋ ਘਰ ਹੈ ਉਹ ਕੱਲ ਸੜਕਾਂ ਤੇ ਤੁਰੇ ਫਿਰਦੇ। So our treasures on earth, they're in a dangerous position because it's only in heaven where God's perfect will is accomplished. ਸਿਰਫ ਸਵਰਗ ਹੀ ਇੱਕ ਐਸੀ ਜਗ੍ਹਾ ਹੈ ਜਿੱਥੇ ਸਭ ਕੁਝ ਠੀਕ ਚੱਲਦਾ ਹੈ। In heaven, God's people last forever. ਜੇ ਸਵਰਗ ਦੇ ਵਿੱਚ ਜਿਹੜੇ ਪਰਮੇਸ਼ਰ ਦੇ ਲੋਕ ਨੇ ਉਹ ਹਮੇਸ਼ਾ ਰਹਿੰਦੇ ਨੇ। In heaven, people's possessions cannot be taken away from them. ਸਵਰਗ ਦੇ ਵਿੱਚੋਂ ਲੋਕਾਂ ਦੇ ਵਿੱਚ ਜਿਹੜਾ ਉਹਨਾਂ ਦਾ ਅਧਿਕਾਰ ਆ, ਜਿਹੜੀਆਂ ਚੀਜ਼ਾਂ ਉਹਨਾਂ ਨੂੰ ਪ੍ਰਾਪਤ ਹੋਈਆਂ ਨੇ ਉਹ ਖੋਈਆਂ ਨਹੀਂ ਜਾ ਸਕਦੀਆਂ, ਉਹਨਾਂ ਨੂੰ ਜੰਗਾਲ ਜਾਂ ਕੀੜੇ ਨਹੀਂ ਲੱਗ ਸਕਦੇ। And many times on earth, we have to make a very important choice. ਔਰ ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸਾਨੂੰ ਧਰਤੀ ਤੇ ਕਈ ਵਾਰੀ ਫੈਸਲੇ ਕਰਨ ਦੇ ਵਿੱਚ ਬੜੇ ਚਤੰਨੇ ਹੋਣਾ ਪੈਂਦਾ ਹੈ। Oftentimes, we have to choose to either make an investment into the earthly treasures or we make an investment into the heavenly treasures. ਸਾਨੂੰ ਇਹ ਸੋਚਣ ਤੇ ਮਜਬੂਰ ਹੋਣਾ ਪੈ ਜਾਂਦਾ ਹੈ ਕਿ ਕੀ ਅਸੀਂ ਧਰਤੀ ਤੇ ਧਨ ਇਕੱਠਾ ਕਰਨਾ ਜਾਂ ਸਵਰਗ ਦੇ ਵਿੱਚ ਧਨ ਇਕੱਠਾ ਕਰਨਾ ਹੈ। So it's very important the choices we make in life, and oftentimes it will involve money, other times it will involve our emotions, our desires, but oftentimes there's this competition happening for our heart. Either we choose the treasures in heaven or we choose the treasures on earth. ਇਹ ਬਹੁਤ ਜ਼ਰੂਰੀ ਹੈ ਸਾਡੇ ਲਈ ਫੈਸਲਾ ਲੈਣਾ ਕਿ ਅਸੀਂ ਸਵਰਗੀਏ ਧਨ ਦੀ ਚੋਣ ਕਰੀਏ ਜਾਂ ਧਰਤੀ ਦੇ ਉੱਤੇ ਧਨ ਦੀ ਚੋਣ ਕਰੀਏ। ਸਾਨੂੰ ਇਸ ਲਈ ਪ੍ਰੈਫਰੈਂਸ ਚੁਣਨੀਆਂ ਪੈਂਦੀਆਂ ਨੇ। ਕਦੇ ਅਸੀਂ ਸਵਰਗ ਦੀ ਚੋਣ ਦੇ ਬਾਰੇ ਸੋਚਦੇ ਹਾਂ, ਕਦੇ ਅਸੀਂ ਦੁਨਿਆਵੀ ਚੀਜ਼ਾਂ ਨੂੰ ਪ੍ਰਾਪਤ ਕਰਨ ਦੀ ਬਾਰੇ ਸੋਚਦੇ ਹਾਂ। And verse 21 here is very important. It says, "For where your treasure is, there your heart will be also." 21 ਜਿਹੜੀ ਵਰਸ ਹੈ ਬਹੁਤ ਜ਼ਰੂਰੀ ਹੈ। ਇਹਨੂੰ ਮੈਂ ਪੰਜਾਬੀ ਦੇ ਵਿੱਚ ਫਿਰ ਪੜ੍ਹ ਦਿੰਦਾ, ਕਿਉਂਕਿ ਜਿੱਥੇ ਤੁਹਾਡਾ ਧਨ ਹੋਏਗਾ ਉੱਥੇ ਤੁਹਾਡਾ ਮਨ ਸਦਾ ਲੱਗਾ ਰਹੇਗਾ। So God is after our heart. ਪ੍ਰਭੂ ਸਾਡੇ ਦਿਲ ਨੂੰ ਦੇਖਦਾ ਹੈ। And our choices reveal the priorities of our heart. ਸਾਡੇ ਦੁਨਿਆਵੀ ਫੈਸਲੇ ਇਹ ਦੱਸਦੇ ਨੇ ਕਿ ਅਸੀਂ ਕਿੱਥੇ ਖੜੇ ਹਾਂ, ਅਸੀਂ ਪ੍ਰਭੂ ਦੀ ਤਰਫ ਹਾਂ ਜਾਂ ਅਸੀਂ ਚੀਜ਼ਾਂ ਦੀ ਤਰਫ ਹਾਂ। And oftentimes when Jesus uses the word heart, he is referring
to our choices, to our emotions, our desires. ਜਦੋਂ ਦਿਲ ਦਾ ਯੀਸ਼ੂ ਮਸੀਹ ਕਦੇ ਵਚਨ ਦੇ ਵਿੱਚ ਜ਼ਿਕਰ ਕਰਦਾ ਸੀ ਤਾਂ ਉਹਦੇ ਮਨ ਦੇ ਵਿੱਚ ਇਹੋ ਹੀ ਗੱਲ ਸੀਗੀ ਕਿ ਅਸੀਂ ਆਪਣੀਆਂ ਖਾਸ਼ਾਂ ਨੂੰ ਪਹਿਲ ਦਿੰਨੇ ਆ ਜਾਂ ਪ੍ਰਭੂ ਦੇ ਰਾਜ ਨੂੰ ਪਹਿਲ। So the question Jesus is asking his disciples, and the question Jesus is asking us today is, where is your heart? ਜਿਹੜਾ ਪ੍ਰਸ਼ਨ ਯੀਸ਼ੂ ਮਸੀਹ ਚੇਲਿਆਂ ਨੂੰ ਪੁੱਛਦਾ ਸੀ ਜਾਂ ਜਿਹੜਾ ਪ੍ਰਸ਼ਨ ਸਾਨੂੰ ਅੱਜ ਸਾਨੂੰ ਪੁੱਛਿਆ ਜਾਂਦਾ ਹੈ, ਦੋਨਾਂ ਦਾ ਮੂਲ ਮੁੱਦਾ ਇੱਕ ਹੀ ਹੈ ਕਿ ਤੁਹਾਡਾ ਦਿਲ ਕਿੱਥੇ ਖੜਾ ਹੈ। Is Jesus the treasure of your heart? ਕਿ ਯੀਸ਼ੂ ਮਸੀਹ ਨੂੰ ਤੁਸੀਂ ਆਪਣੇ ਦਿਲ ਦੇ ਵਿੱਚ ਖਜ਼ਾਨੇ ਦੇ ਤੌਰ ਤੇ ਲੈਣਾ ਚਾਹੁੰਦੇ ਆ ਜਾਂ ਕੀ? Is the kingdom of God something you desire more than anything else in this world? ਕੀ ਪਰਮੇਸ਼ਰ ਦਾ ਰਾਜ ਤੁਹਾਡੀ ਜ਼ਿੰਦਗੀ 'ਚ ਕੋਈ ਇਹੋ ਜਿਹੀ ਚੀਜ਼ ਹੈ ਜਿਹਨੂੰ ਤੁਸੀਂ ਸਭ ਤੋਂ ਉੱਤਮ ਸਮਝਣਾ ਚਾਹੁੰਦੇ ਹੋ? Or are you obsessed with the things of the world or the things in heaven? ਜਾਂ ਕੀ ਤੁਸੀਂ ਦੁਨਿਆਵੀ ਚੀਜ਼ਾਂ ਦੇ ਵਿੱਚ ਰੁੱਝੇ ਹੋਏ ਹੋ? So next on we go to read verse 24. In verse 24 it says, "No one can serve two masters, for either he will hate the one and love the other, or he will be devoted to the one to despise the other." ਆਓ ਅਸੀਂ ਹੁਣ ਇਸੇ ਚੈਪਟਰ ਦੇ 6ਵੇਂ ਦੀ ਵਰਸ 24 ਤੇ ਧਿਆਨ ਕਰਦੇ ਹਾਂ, ਜਿਸ ਨੂੰ ਮੈਂ ਫਿਰ ਇੱਕ ਵਾਰੀ ਪੰਜਾਬੀ ਦੇ ਵਿੱਚ ਪੜ੍ਹ ਦਿੰਦਾ ਹਾਂ। Verse 24. ਕੋਈ ਮਨੁੱਖ ਦੋ ਮਾਲਕਾਂ ਦੀ ਸੇਵਾ ਨਹੀਂ ਕਰ ਸਕਦਾ ਹੈ। ਉਹ ਇੱਕ ਨਾਲ ਘਿਰਨਾ ਕਰੇਗਾ ਅਤੇ ਦੂਜੇ ਨਾਲ ਪਿਆਰ, ਜਾਂ ਇੱਕ ਦਾ ਆਦਰ ਕਰੇਗਾ ਜਾਂ ਦੂਜੇ ਦਾ ਤਿਰਸਕਾਰ। ਤੁਸੀਂ ਪਰਮੇਸ਼ਰ ਅਤੇ ਧਨ ਦੋਵਾਂ ਦੀ ਸੇਵਾ ਨਹੀਂ ਕਰ ਸਕਦੇ। In the New Testament, Jesus talks about money so much. ਨਵੇਂ ਨਿਯਮ ਦੇ ਵਿੱਚ ਪ੍ਰਭੂ ਯੀਸ਼ੂ ਮਸੀਹ ਪੈਸੇ ਦੇ ਬਾਰੇ ਬਹੁਤੀ ਚਰਚਾ ਕਰਦੇ ਹਨ। In fact, I remember reading somewhere that Jesus talks about money more than anything else. ਜਿੱਥੇ ਤੱਕ ਮੈਂ ਪੜ੍ਹਿਆ ਹੈ, ਮੈਨੂੰ ਤਾਂ ਇਹ ਲੱਗਦਾ ਕਿ ਨਵੇਂ ਨਿਯਮ ਦੇ ਵਿੱਚ ਯੀਸ਼ੂ ਮਸੀਹ ਨੇ ਪੈਸੇ ਦੇ ਬਾਰੇ ਸਭ ਤੋਂ ਜ਼ਿਆਦਾ ਗੱਲਬਾਤ ਕੀਤੀ ਆ। I believe he even talks more about money than hell. ਉਹ ਤਾਂ ਨਰਕ ਨਾਲੋਂ ਵੀ ਪੈਸੇ ਦੇ ਬਾਰੇ ਉਹਨੇ ਨਵੇਂ ਨਿਯਮ ਦੇ ਵਿੱਚ ਜ਼ਿਆਦਾ ਚਰਚਾ ਕੀਤੀ ਆ। Jesus knew money would want us. Money would want us to serve it. ਯੀਸ਼ੂ ਮਸੀਹ ਨੂੰ ਪਤਾ ਸੀ ਕਿ ਪੈਸੇ ਦੀ ਸਾਨੂੰ ਲੋੜ ਪੈਣੀ ਆ। And we see a very interesting story in Luke chapter 9, verse 57 to 60. ਲੂਕ ਚੈਪਟਰ 9 ਦੇ ਵਿੱਚ 57 ਦੇ ਵਿੱਚ ਇੱਕ ਕਥਾ ਹੈ ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਹਾਂ। So I'll read it first in English. Luke chapter 9, verse 57 to 60. As they were going along the road, someone said to him, "I will follow you wherever you go." And Jesus said to him, "Foxes have holes, and the birds of the air have nests, but the Son of Man has nowhere to lay his head." To another he said, "Follow me." But he said, "Lord, let me go first and bury my father." And Jesus said to him, "Leave the dead to bury their own dead. But as for you, go and proclaim the kingdom of God." ਲੂਕ ਦੇ ਚੈਪਟਰ 9 ਦਾ 57 ਤੋਂ ਲੈ ਕੇ 60 ਤੱਕ ਮੈਂ ਤੁਹਾਡੇ ਨਾਲ ਪੰਜਾਬੀ 'ਚ ਸ਼ੇਅਰ ਕਰਦਾ। ਤੁਸੀਂ ਆਪਣੇ ਬਾਈਬਲਾਂ ਦਾ 122 ਔਰ 123 ਨੰਬਰ ਪੰਨਾ ਖੋਲ ਸਕਦੇ ਹੋ। ਲੂਕਾ ਦੀ ਕਿਤਾਬ ਪੇਜ 122 123। ਉਹ ਰਾਹ ਵਿੱਚ ਜਾ ਰਹੇ ਸਨ। ਕਿਸੇ ਆਦਮੀ ਨੇ ਯੀਸ਼ੂ ਕੋਲ ਆ ਕੇ ਕਿਹਾ, ਪ੍ਰਭੂ ਜੀ, ਜਿੱਥੇ ਕਿਤੇ ਵੀ ਤੁਸੀਂ ਜਾਓਗੇ ਮੈਂ ਤੁਹਾਡੇ ਪਿੱਛੇ ਜਾਵਾਂਗਾ। ਯੀਸ਼ੂ ਨੇ ਉਸ ਨੂੰ ਕਿਹਾ, ਲੂੰਬੜੀਆਂ ਦੇ ਰਹਿਣ ਲਈ ਘੁਰਨੇ ਹਨ, ਆਕਾਸ਼ ਦੇ ਪੰਛੀਆਂ ਕੋਲ ਆਪਣੇ ਆਲ੍ਹਣੇ ਹਨ, ਪਰ ਮਨੁੱਖ ਦੇ ਪੁੱਤਰ ਕੋਲ ਸਿਰ ਰੱਖਣ ਜੋਗੀ ਥਾਂ ਵੀ ਨਹੀਂ ਹੈ। ਇੱਕ ਹੋਰ ਥਾਂ ਯੀਸ਼ੂ ਨੇ ਕਿਹਾ, ਮੇਰੇ ਪਿੱਛੇ ਚੱਲ। ਪਰ ਉਸ ਆਦਮੀ ਨੇ ਉੱਤਰ ਦਿੱਤਾ, ਪ੍ਰਭੂ ਜੀ, ਪਹਿਲਾਂ ਮੈਨੂੰ ਆਗਿਆ ਦਿਓ ਕਿ ਮੈਂ ਜਾ ਕੇ ਆਪਣੇ ਪਿਤਾ ਦਾ ਅੰਤਮ ਸੰਸਕਾਰ ਕਰ ਆਵਾਂ। ਯੀਸ਼ੂ ਨੇ ਉਸ ਨੂੰ ਕਿਹਾ, ਮੁਰਦਿਆਂ ਨੂੰ ਆਪਣੇ ਮੁਰਦਿਆਂ ਦਾ ਸੰਸਕਾਰ ਕਰਨ ਦਿਓ, ਪਰ ਤੂੰ ਜਾ ਕੇ ਪਰਮੇਸ਼ਰ ਦੇ ਰਾਜ ਦਾ ਪ੍ਰਚਾਰ ਕਰ। So when we first read this can be a very surprising thing to read. ਜਦੋਂ ਅਸੀਂ ਇਹ ਪੜ੍ਹਦੇ ਹਾਂ ਤਾਂ ਸਾਨੂੰ ਬੜੀ ਹੈਰਾਨੀ ਹੁੰਦੀ ਆ ਕਿ ਮੈਂ ਕੀ ਚੀਜ਼ ਪੜ੍ਹ ਰਿਹਾ, ਇਹਦਾ ਕੀ ਮਤਲਬ ਆ। The first time I read this, I actually thought Jesus was being very mean, very angry here. ਪਹਿਲੇ ਜਦੋਂ ਮੈਂ ਇਹ ਬਚਨ ਪੜ੍ਹਿਆ ਤਾਂ ਮੈਨੂੰ ਇਦਾਂ ਲੱਗਦਾ ਸੀ ਕਿ ਯੀਸ਼ੂ ਮਸੀਹ ਦੇ ਮਨ ਦੇ ਵਿੱਚ ਪਤਾ ਨਹੀਂ ਕੀ ਗੱਲ ਆ, ਬੜਾ ਗੁੱਸੇ ਦੇ ਵਿੱਚ ਬੋਲ ਰਿਹਾ। Yeah, if you read this for the first time, it might seem to you that Jesus is not being very loving. ਇਹ ਜਦੋਂ ਪਹਿਲੀ ਵਾਰ ਤੁਸੀਂ ਪੜ੍ਹਦੇ ਤਾਂ ਇਦਾਂ ਲੱਗਦਾ ਵੀ ਯੀਸ਼ੂ ਸ਼ਾਇਦ ਮਨੁੱਖ ਜਾਤੀ ਨੂੰ ਇੰਨਾ ਪਿਆਰ ਹੀ ਨਹੀਂ ਕਰਦੇ। But we have to understand what Jesus is trying to get the person to understand. ਪਰ ਸਾਨੂੰ ਇਹ ਸੋਚਣਾ ਪੈਣਾ ਹੈ ਕਿ ਯੀਸ਼ੂ ਮਸੀਹ ਦੀ ਇਹ ਗੱਲ ਕਹਿਣ ਤੋਂ ਅਸਲ ਦੇ ਵਿੱਚ ਮਤਲਬ ਕੀ ਸੀ, ਭਾਵ ਕੀ ਸੀ ਉਹਦਾ। So the important phrase in this passage is when the man says,
bury my father. That was a very popular phrase to say in this culture. Bury my father. ਇਸਰਾਈਲ ਦੇ ਵਿੱਚ ਇਹ ਵਰਸ ਬਹੁਤ ਮਹੱਤਤਾ ਰੱਖਦੀ ਸੀ ਕਿ ਪਹਿਲਾਂ ਮੈਨੂੰ ਆਪਣੇ ਪਿਤਾ ਨੂੰ ਦੱਬ ਲੈਣ ਦਿਓ। ਇਸ ਵਰਸ ਦੇ ਇਹ ਲਫ਼ਜ਼ੀ ਮੀਨਿੰਗ ਨਹੀਂ ਹੈ ਕਿ ਮੈਨੂੰ ਆਪਣੇ ਪਿਤਾ ਨੂੰ ਦੱਬ ਲੈਣ ਦਿਓ, ਇਹਦੇ ਕੁਝ ਮਾਇਨੇ ਪਿੱਛੇ ਹੋਰ ਨੇ। In this culture, usually that phrase meant that you were wanting to collect your inheritance. ਇਹਦਾ ਮਤਲਬ ਇਹ ਸੀਗਾ ਕਿ ਇਹ ਕਹਿਣ ਤੋਂ ਭਾਵ ਇਹ ਸੀਗਾ ਕਿ ਪਹਿਲਾਂ ਮੈਨੂੰ ਧਨ ਇਕੱਠਾ ਕਰ ਲੈਣ ਦਿਓ, ਮੈਨੂੰ ਦੁਨਿਆਵੀ ਤੌਰ ਤੇ ਸਾਰੀ ਤਰ੍ਹਾਂ ਸੈੱਟ ਹੋ ਲੈਣ ਦਿਓ, ਫਿਰ ਮੈਂ ਧਰਮ ਦੇ ਰਸਤੇ ਤੇ ਆਉਂਗਾ। So burying my father literally meant that you were going to literally bury your father, but symbolically it usually meant that you had business to take care of and that you had to get the savings of your dad. ਇਹਦਾ ਮਤਲਬ ਇਹ ਹੁੰਦਾ ਸੀ ਕਿ ਮੈਨੂੰ ਆਪਣੀ ਫੈਮਿਲੀ ਲਈ, ਆਪਣੇ ਡੈਡੀ ਲਈ ਪਹਿਲਾਂ ਗੁਜ਼ਾਰੇ ਜੋਗੀਆਂ ਚੀਜ਼ਾਂ ਇਕੱਠੀਆਂ ਕਰ ਲੈਣ ਦਿਓ, ਫਿਰ ਮੈਂ ਤੁਹਾਡੀ ਮਿਨਿਸਟਰੀ ਦੇ ਵਿੱਚ ਆ ਕੇ ਦਾਖਲ ਹੋ ਜਾਊਂਗਾ। So essentially what this person is saying, Jesus, wait, this is going to be a very interesting journey. This might be very challenging. Let me get some finances. ਯੀਸ਼ੂ ਮਸੀਹ ਨੂੰ ਉਹ ਆਦਮੀ ਕਹਿ ਰਿਹਾ, ਜਰਾ ਕੁ ਰੁਕ ਜਾਓ, ਪਹਿਲਾਂ ਮੈਨੂੰ ਆਪਣੀ ਫੈਮਿਲੀ ਲਈ ਕੁਝ ਪ੍ਰੋਵਾਈਡ ਕਰ ਲੈਣ ਦਿਓ, ਜੋ ਕੁਝ ਤੁਸੀਂ ਕਹਿੰਦੇ ਆ ਉਹਦੇ ਬਾਅਦ ਦੇ ਵਿੱਚ ਮੈਂ ਤੁਹਾਡੇ ਪਿੱਛੇ ਵੀ ਲੱਗ ਜਾਊਂਗਾ। He also might be thinking that to accomplish the mission of Jesus, you need a lot of money. ਉਹ ਸ਼ਾਇਦ ਉਹਦੇ ਮਨ ਦੇ ਵਿੱਚ ਇਹ ਵੀ ਹੋਏ ਕਿ ਯੀਸ਼ੂ ਦੇ ਪਿੱਛੇ ਚੱਲਣ ਲਈ ਸ਼ਾਇਦ ਪੈਸੇ ਦੀ ਵੀ ਲੋੜ ਪਏ। Or maybe he's thinking, I want to have some fun first and spend money, and then I'll get serious about you. ਔਰ ਇਹ ਵੀ ਉਹਦੇ ਮਨ ਦੇ ਵਿੱਚ ਹੋ ਸਕਦਾ ਹੈ ਕਿ ਮੈਂ ਕੁਝ ਪਹਿਲਾਂ ਧਨ ਇਕੱਠਾ ਕਰ ਲਵਾਂ, ਕੁਝ ਸਾਰਾ ਬੰਦੋਬਸਤ ਫੈਮਿਲੀ ਲਈ ਕਰ ਦਵਾਂ, ਔਰ ਫਿਰ ਮੈਂ ਪ੍ਰਚਾਰ ਦੇ ਕੰਮ ਤੇ ਇਹਨਾਂ ਦੇ ਨਾਲ ਨਿਕਲ ਜਾਊਂਗਾ। We might not know the specific reason, but what we do know is the person is hesitating to follow Jesus because of money. ਸਾਨੂੰ ਉਹ ਬੰਦੇ ਦੇ ਮਨ ਦੇ ਅਸਲੀ ਕਾਰਨਾਂ ਦਾ ਤਾਂ ਅਸੀਂ ਪਤਾ ਨਹੀਂ ਲਗਾ ਸਕਦੇ, ਪਰ ਅੰਦਾਜ਼ਾ ਲਗਾ ਸਕਦੇ ਹਾਂ ਕਿ ਉਹ ਬੰਦਾ ਯੀਸ਼ੂ ਮਸੀਹ ਦੇ ਪਿੱਛੇ ਚੱਲਣ ਤੋਂ ਥੋੜਾ ਜਿਹਾ ਹਿਚਕਿਚਾ ਰਿਹਾ। So going back to this verse, Jesus made it clear. He said, no one can serve two masters, for either he will hate the one and love the other. You cannot serve God and money. ਇਸ ਵਰਸ ਨੂੰ ਯੀਸ਼ੂ ਮਸੀਹ ਨੇ ਕਲੀਅਰ ਕਰਨ ਲਈ ਪੂਰੇ ਤੌਰ ਤੇ ਦੱਸਿਆ ਕਿ ਤੁਸੀਂ ਦੋ ਮਾਲਕਾਂ ਦੀ ਸੇਵਾ ਨਹੀਂ ਕਰ ਸਕਦੇ, ਜਾਂ ਤਾਂ ਤੁਸੀਂ ਇੱਕ ਨਾਲ ਰਹੋਗੇ ਜਾਂ ਦੂਸਰੇ ਨਾਲ ਰਹੋਗੇ। ਐਟ ਦੀ ਸੇਮ ਟਾਈਮ ਤੁਸੀਂ ਦੂਸਰਿਆਂ ਦੀ ਸੇਵਾ ਨਹੀਂ ਕਰ ਸਕਦੇ, ਮਤਲਬ ਪਰਮੇਸ਼ਰ ਤੇ ਧਨ ਦੋਨਾਂ ਦੇ ਤੁਸੀਂ ਫੇਵਰੇਟ ਨਹੀਂ ਬਣ ਸਕਦੇ। So money will always be, for everyone in this world, a top idol that wants to have only what God should have in your life. Once repeated. So the fact is, money will always be a possible idol in your life. ਪੈਸਾ ਹੀ ਇੱਕ ਇਦਾਂ ਦਾ ਆਈਟਮ ਹੈ ਜਿਹੜਾ ਤੁਹਾਨੂੰ ਬੁੱਤ ਪੂਜਾ ਵਾਂਗੂ ਪੇਸ਼ ਨਜ਼ਰ ਆਏਗਾ। And that is why Jesus talks about it so much. ਇਹੋ ਹੀ ਕਾਰਨ ਹੈ ਕਿ ਯੀਸ਼ੂ ਮਸੀਹ ਪੈਸੇ ਨੂੰ ਬਾਰ-ਬਾਰ ਜ਼ਿਕਰ ਕਰਦਾ ਹੈ। Okay, so again, we know from other scriptures that money is not bad. Money can be used for a lot of good. ਬਾਕੀ ਅਸੀਂ ਬਚਨਾਂ ਦੇ ਵਿੱਚ ਵੀ ਦੇਖਦੇ ਹਾਂ ਪੈਸੇ ਦੀ ਕੋਈ ਇੰਨੀ ਨਿੰਦਿਆ ਨਹੀਂ ਕੀਤੀ ਗਈ, ਪੈਸਾ ਵੀ ਠੀਕ ਹੈ, ਪੈਸਾ ਵੀ ਚਾਹੀਦਾ ਹੈ। Many people can use money to please and glorify God. ਬਹੁਤੇ ਲੋਕ ਆਪਣੇ ਧਨ ਨੂੰ ਪ੍ਰਭੂ ਦੀ ਮਹਿਮਾ ਕਰਨ ਲਈ ਵੀ ਵਰਤਦੇ ਆ। There is a lot of people in this life who have been blessed with a lot of money, and they have done a lot of good with the money. ਬਹੁਤੇ ਲੋਕਾਂ ਨੂੰ ਪਰਮੇਸ਼ਰ ਨੇ ਬਹੁਤ ਵੱਡਾ ਧਨ ਦਿੱਤਾ ਹੈ, ਔਰ ਆਪਣੇ ਧਨ ਦਾ ਉਹ ਬਹੁਤਾ ਸਾਰਾ ਹਿੱਸਾ ਪ੍ਰਭੂ ਨੂੰ ਗਲੋਰੀਫਾਈ ਕਰਨ ਦੇ ਵਿੱਚ ਖਰਚਦੇ ਆ। But the fact is, those people know that God has given them money for His purposes and His kingdom first. ਪਰ ਉਹ ਲੋਕ ਆਪਣੇ ਦਿਮਾਗ ਦੇ ਵਿੱਚ ਇਹ ਗੱਲ ਚੰਗੀ ਤਰ੍ਹਾਂ ਸਮਝਦੇ ਨੇ ਕਿ ਜੇ ਜ਼ਿਆਦਾ ਧਨ ਪ੍ਰਭੂ ਨੇ ਸਾਨੂੰ ਦਿੱਤਾ ਹੋਇਆ ਹੈ ਤਾਂ ਪ੍ਰਭੂ ਦੇ ਕੰਮਾਂ ਲਈ ਦਿੱਤਾ ਹੋਇਆ, ਸਾਡੇ ਨਿੱਜੀ ਕੰਮਾਂ ਲਈ ਨਹੀਂ ਦਿੱਤਾ ਹੋਇਆ। So this person in the story, if his heart was on the treasures of heaven, he would have said, "Okay, Jesus, I'll follow you." ਹਾਂ, ਅਸੀਂ ਮੁੜ ਕੇ ਉਸੇ ਬੰਦੇ ਦੀ ਤਰਫ ਆਉਂਦੇ ਹਾਂ ਜਿਸ ਨੂੰ ਯੀਸ਼ੂ ਨੇ ਪਿੱਛੇ ਲੱਗਣ ਲਈ ਕਿਹਾ ਸੀ। ਜੇ ਉਸ ਦਾ ਮਨ ਸਵਰਗੀ ਚੀਜ਼ਾਂ ਦੇ ਵਿੱਚ ਹੁੰਦਾ, ਸਵਰਗੀ ਚੀਜ਼ਾਂ ਦੇ ਪਿੱਛੇ ਲੱਗਣ ਦਾ ਹੁੰਦਾ, ਤਾਂ ਉਹ ਤੁਰੰਤ ਯੀਸ਼ੂ ਮਸੀਹ ਨੂੰ ਕਹਿੰਦਾ, ਮੈਂ ਸਭ ਕੁਝ ਇੱਥੇ ਛੱਡਿਆ ਤਾਂ ਮੈਂ ਤੇਰੇ ਪਿੱਛੇ ਚੱਲਦਾ ਹਾਂ। Yeah, so we'll go on then to verse 25. ਅਸੀਂ 25 ਨੰਬਰ ਵਰਸ ਦੇ ਵਿੱਚ ਇਹਨੂੰ ਹੋਰ ਵਿਸਤਾਰ ਨਾਲ ਦੇਖ So ਸਕਦੇ ਹਾਂ। we've seen two things. First of all, we've seen that having an eternal perspective helps us to focus on the kingdom of God. ਇੱਕ ਵਾਰੀ ਮੈਂ 25 ਵਰਸ ਰਿਪੀਟ ਕਰ ਦਿੰਦਾ ਜਿਸ ਨਾਲ ਮਤਲਬ ਸਾਫ਼ ਹੋ ਜਾਏਗਾ। ਮੈਂ ਤੁਹਾਨੂੰ ਕਹਿੰਦਾ ਹਾਂ ਕਿ ਤੁਸੀਂ ਆਪਣੇ ਜੀਵਨ ਅਤੇ ਸਰੀਰ ਦੇ ਲਈ ਚਿੰਤਾ ਨਾ ਕਰਨਾ ਕਿ ਅਸੀਂ ਕੀ ਖਾਵਾਂਗੇ ਜਾਂ ਕੀ ਪੀਵਾਂਗੇ ਜਾਂ ਕੀ ਪਹਿਨਾਂਗੇ,
ਕਿਉਂਕਿ ਜੀਵਨ ਦਾ ਮੁੱਲ ਭੋਜਨ ਨਾਲੋਂ ਕਿਤੇ ਜ਼ਿਆਦਾ ਹੈ ਅਤੇ ਸਰੀਰ ਦਾ ਮੁੱਲ ਕੱਪੜੇ ਨਾਲੋਂ। Yeah, I keep going. And then verse 26 as well. ਆਕਾਸ਼ ਦੇ ਪੰਛੀਆਂ ਵੱਲ ਧਿਆਨ ਦੇਵੋ, ਉਹ ਨਾ ਬੀਜਦੇ ਹਨ ਤੇ ਨਾ ਹੀ ਵਾਢੀ ਕਰਦੇ ਹਨ, ਨਾ ਹੀ ਭੜੋਲਿਆਂ ਵਿੱਚ ਇਕੱਠਾ ਕਰਦੇ ਹਨ, ਪਰ ਫਿਰ ਵੀ ਤੁਹਾਡਾ ਪਿਤਾ ਜੋ ਸਵਰਗ ਵਿੱਚ ਹੈ ਉਹਨਾਂ ਨੂੰ ਖਾਣ ਲਈ ਭੋਜਨ ਦਿੰਦਾ ਹੈ। ਕੀ ਤੁਸੀਂ ਪੰਛੀਆਂ ਨਾਲੋਂ ਕਿਤੇ ਅਧਿਕ ਉੱਤਮ ਨਹੀਂ ਹੋ? So now we're on to the third point of the passage, which is that human beings are more important than creation. ਅਸੀਂ ਰਾਜ ਦੇ ਮਸਲੇ ਦੇ ਵਿੱਚ ਜਿਹੜੇ 4 ਮੁੱਦੇ ਰੱਖੇ ਸਨ ਉਹਦੇ ਤੀਸਰੇ ਵਿਸ਼ੇ ਤੇ ਆ ਗਏ ਆ। ਉਹਦਾ ਤੀਸਰਾ ਵਿਸ਼ਾ ਇਹ ਸੀ ਕਿ ਮਨੁੱਖ ਜਿਹੜਾ ਹੈ ਸਾਰੀ ਸ੍ਰਿਸ਼ਟੀ ਦੀਆਂ ਚੀਜ਼ਾਂ ਨਾਲੋਂ ਉੱਤਮ ਕਰਕੇ ਥਾਪਿਆ ਗਿਆ ਸੀ। And that's why that last verse is so beautiful. Are you not more value than they? ਕੀ ਤੁਸੀਂ ਇਹਨਾਂ ਜਾਨਵਰਾਂ ਨਾਲੋਂ ਜ਼ਿਆਦਾ ਕੀਮਤ ਨਹੀਂ ਰੱਖਦੇ? And we also know from the beginning of the Bible how precious human beings are to God. ਅਸੀਂ ਬਾਈਬਲ ਦੇ ਜਿਹੜੇ ਪਹਿਲਾ ਜਿਹੜੇ ਕਿਤਾਬ ਆ ਉਹਦੇ ਵਿੱਚ ਦੇਖਦੇ ਹਾਂ ਕਿ ਮਨੁੱਖ ਦੀ ਕਿੰਨੀ ਵੱਡੀ ਮਹੱਤਤਾ ਦੱਸੀ ਗਈ So ਹੈ। in the book of Genesis, in chapter 1, verse 26, when we read, ਅਸੀਂ ਉਤਪਤੀ ਦੀ ਕਿਤਾਬ ਦੇ ਪਹਿਲੇ ਚੈਪਟਰ ਦੇ 26 ਨੰਬਰ ਵਰਸ ਦੇ ਵਿੱਚ ਦੇਖਦੇ ਹਾਂ। we see here it says, Then God said, Let us make man in our image, after our likeness, ਪ੍ਰਭੂ ਨੇ ਕਿਹਾ ਆਓ ਅਸੀਂ ਬੰਦੇ ਨੂੰ ਆਪਣੇ ਸਰੂਪ ਦੇ ਵਿੱਚ ਬਣਾਈਏ and let them have dominion over the fish in the sea, ਅਤੇ ਸਾਰੀ ਸ੍ਰਿਸ਼ਟੀ ਦੇ ਉੱਤੇ ਉਹਨੂੰ ਉੱਤਮ ਰੱਖੀਏ। and over the birds of heaven, and over the livestock, and over all the earth, ਜੋ ਵੀ ਪੰਛੀ ਨੇ, ਜੋ ਧਰਤੀ ਤੇ ਨੇ, ਜੋ ਅਸਮਾਨ ਤੇ ਨੇ, ਮਤਲਬ ਸਾਰੀ ਸ੍ਰਿਸ਼ਟੀ ਤੇ ਉਹਦਾ ਅਧਿਕਾਰ ਹੋਏਗਾ। and over every creeping thing that creeps on the earth. ਹਰ ਚੀਜ਼ ਜਿਹੜੀ ਧਰਤੀ ਤੇ ਕਿਸੇ ਵੀ ਰੂਪ ਚ ਸਾਹ ਲੈਣੀ ਵਾਲੀ ਜਾਂ ਬਗੈਰ ਸਾਹ ਤੋਂ ਚੱਲਦੀ ਆ ਉਹਦੇ ਤੇ ਮਨੁੱਖ ਅਧਿਕਾਰੀ ਹੋਏਗਾ। So God created man in his own image, in the image of God. ਪ੍ਰਭੂ ਨੇ ਮਨੁੱਖ ਨੂੰ ਆਪਣੇ ਸਰੂਪ ਦੇ ਵਿੱਚ ਬਣਾਇਆ, ਆਪਣੀ ਇਮੇਜ ਦੇ ਵਿੱਚ ਬਣਾਇਆ। He created him male and female, he created them. ਉਸ ਨੂੰ ਪਤੀ ਤੇ ਪਤਨੀ ਦੇ ਰੂਪ ਦੇ ਵਿੱਚ ਬਣਾਇਆ। So even in the beginning, we see that human beings are very unique. They have dominion over the animals. ਅਸੀਂ ਸ਼ੁਰੂ ਤੋਂ ਹੀ ਦੇਖਦੇ ਹਾਂ ਕਿ ਮਨੁੱਖ ਨੂੰ ਬੜਾ ਉੱਤਮ ਬਣਾਇਆ ਗਿਆ ਔਰ ਸਾਰੀ ਚੀਜ਼ਾਂ ਤੇ ਰਾਜ ਕਰਨ ਦਾ ਅਧਿਕਾਰ ਦੇ ਕੇ ਰੱਖਿਆ। There's only one thing in the world which was made in the image and likeness of God, and that's us human beings. ਇੱਕ ਹੀ ਮਨੁੱਖ ਹੀ ਹਾਂ ਅਸੀਂ ਜਿਹੜੇ ਪ੍ਰਭੂ ਦੀ ਇਮੇਜ ਦੇ ਵਿੱਚ ਬਣਾਇਆ ਔਰ ਉਹ ਅਸੀਂ ਹਾਂ। There's also only one thing in the world which will be conformed to the image and likeness of Christ, and those are his followers. ਔਰ ਦੂਸਰੀ ਚੀਜ਼ ਇਹ ਹੈ ਕਿ ਜਿਹੜੇ ਯੀਸ਼ੂ ਦੀ ਇਮੇਜ ਤੇ ਪੂਰੇ ਉਤਰਨਗੇ ਉਹ ਹਨ ਉਹਦੇ ਸੇਵਾਦਾਰ। So we are made in the image of God. ਅਸੀਂ ਪ੍ਰਭੂ ਦੀ ਇਮੇਜ ਦੇ ਵਿੱਚ ਬਣਾਏ ਗਏ ਹਾਂ We will be conformed to the image and likeness of Christ. ਔਰ ਕ੍ਰਾਈਸਟ ਦੀ ਲਾਈਕਨੈਸ ਦੇ ਵਿੱਚ ਵੀ ਸਾਡੀ ਇਮੇਜ ਰੱਖੀ ਜਾਏਗੀ। We were also the only things in creation that Jesus died for on the cross. ਔਰ ਇੱਕ ਹੀ ਐਸੀ ਚੀਜ਼ ਹੈ ਕਿ ਸਾਡੀ ਖਾਤਰ ਹੀ, ਸਿਰਫ ਸਾਡੀ ਖਾਤਰ ਹੀ ਯੀਸ਼ੂ ਮਸੀਹ ਨੇ ਕ੍ਰੋਸ ਤੇ ਜਾਨ ਦਿੱਤੀ। So then the question is, why would we not be of more value than the birds of the air and all these other things? ਫਿਰ ਸਵਾਲ ਉੱਠਦਾ ਹੈ ਕਿ ਜਦ ਇੰਨਾ ਕੁਛ ਹੈ ਤੇ ਸਾਨੂੰ ਇਹ ਪੰਛੀਆਂ ਨਾਲੋਂ ਉੱਤਮ ਕਿਉਂ ਨਾ ਜਾਣਿਆ ਜਾਏਗਾ? So because human beings have supremacy over creation, God will take care of our practical needs. ਕਿਉਂਕਿ ਮਨੁੱਖ ਨੂੰ ਪ੍ਰਭੂ ਨੇ ਸਾਰੀ ਸ੍ਰਿਸ਼ਟੀ ਦੇ ਵਿੱਚ ਸਭ ਤੋਂ ਉੱਤਮ ਦਰਜੇ ਤੇ ਰੱਖਿਆ ਹੈ ਤਾਂ ਫਿਰ ਪ੍ਰਭੂ ਉਸ ਦੀਆਂ ਲੋੜਾਂ ਨੂੰ ਕਿਉਂ ਨਹੀਂ ਧਿਆਨ ਦੇਗਾ? Why would we worry about what we're going to wear and what we're going to eat? Why would we have practical concerns ਫਿਰ if our ਅਸੀਂ- God cares for us ਫਿਰ this ਅਸੀਂ much? ਛੋਟੀਆਂ ਗੱਲਾਂ ਦੀ ਚਿੰਤਾ ਕਾਹਦੇ ਲਈ ਕਰੀਏ? ਅਸੀਂ ਕੀ ਖਾਵਾਂਗੇ, ਅਸੀਂ ਕੀ ਪੀਵਾਂਗੇ, ਅਸੀਂ ਕੀ ਪਹਿਨਾਂਗੇ, ਇਹ ਮਾਮੂਲੀ ਗੱਲਾਂ ਨੇ ਪ੍ਰਭੂ ਦੀ ਨਜ਼ਰ 'ਚ। When we spend time worrying about these practical needs, we reveal that we have not truly understood the love of God. ਜਦੋਂ ਅਸੀਂ ਇਹਨਾਂ ਚੀਜ਼ਾਂ ਦੇ ਵਿੱਚ ਫਸੇ ਰਵਾਂਗੇ ਤਾਂ ਇਹਦਾ ਮਤਲਬ ਇਹੀ ਨਿਕਲੇਗਾ ਕਿ ਅਸੀਂ ਪ੍ਰਭੂ ਦੇ ਪਿਆਰ ਨੂੰ ਅਜੇ ਪੂਰੀ ਤਰ੍ਹਾਂ ਨਹੀਂ ਸਮਝਿਆ। So there's 3 things so far. His followers must have an eternal perspective. 3 ਚੀਜ਼ਾਂ ਅਜੇ ਤੱਕ ਅਸੀਂ ਦੇਖਿਆ ਨੇ ਕਿ ਇੱਕ ਤਾਂ ਉਹ ਆਤਮਿਕ ਦ੍ਰਿਸ਼ਟੀਕੋਣ ਨੂੰ ਕਲੀਅਰ ਰੱਖਣ, That God is more important than money, ਪੈਸੇ ਨਾਲੋਂ ਪ੍ਰਭੂ ਜਿਹੜਾ ਕਿਤੇ ਉੱਤਮ ਆ, and that human beings are more important than creation. ਔਰ ਮਨੁੱਖ ਜਿਹੜਾ ਸ੍ਰਿਸ਼ਟੀ ਦੀਆਂ ਬਾਕੀਆਂ ਚੀਜ਼ਾਂ ਨਾਲੋਂ ਉੱਤਮ ਕਰਕੇ ਪ੍ਰਭੂ ਨੇ ਰੱਖਿਆ। And the last thing that helps us to focus on the kingdom of God is ਜਿਹੜੀ ਚੌਥੀ ਚੀਜ਼ ਅਸੀਂ ਰੱਬ ਦੇ ਰਾਜ ਦੇ ਬਾਰੇ ਦੇਖਣੀ ਹੈ this is the sovereignty of God, which means the control of God. ਕਿ ਪ੍ਰਭੂ ਸਭ ਚੀਜ਼ਾਂ ਦਾ ਕੰਟਰੋਲ ਕਰਨ ਵਾਲਾ ਹੈ, ਸਭ ਤੋਂ ਲਾਸਟ ਅਥਾਰਟੀ ਪਿਤਾ ਪਰਮੇਸ਼ਰ ਹੈ। So in verse 27 it says, And which of you
So going back to, this is the passage we're focusing on, Matthew chapter 6, verse 27. And which of you by being anxious can add a single hour to his span of life? ਅਸੀਂ ਇੱਕ ਵਾਰੀ 6ਵੇਂ ਮਤੀ 6 ਦੀ 27 ਨੂੰ ਫਿਰ ਦੇਖਦੇ ਹਾਂ। ਤੁਹਾਡੇ ਵਿੱਚ ਕੌਣ ਹੈ ਜੋ ਚਿੰਤਾ ਕਰਕੇ ਆਪਣੀ ਉਮਰ ਵਿੱਚ ਇੱਕ ਦਿਨ ਦਾ ਵੀ ਵਾਧਾ ਕਰ ਸਕਦਾ ਹੈ। And verse 28, and why are you anxious about clothing? Consider the lilies of the field, how they grow. They neither toil nor they spin. 28 ਨੂੰ ਵੀ ਇੱਕ ਵਾਰੀ ਦੇਖਦੇ ਹਾਂ। ਤੁਸੀਂ ਕੱਪੜੇ ਲੱਤੇ ਬਾਰੇ ਕਿਉਂ ਚਿੰਤਾ ਕਰਦੇ ਹੋ? ਜੰਗਲੀ ਫੁੱਲਾਂ ਵੱਲ ਧਿਆਨ ਦੇਵੋ, ਉਹ ਕਿਸ ਤਰ੍ਹਾਂ ਵੱਧਦੇ ਫੁੱਲਦੇ ਹਨ। ਉਹ ਨਾ ਮਿਹਨਤ ਕਰਦੇ ਹਨ, ਨਾ ਹੀ ਕੱਤਦੇ ਹਨ। And then we'll just do two more verses. 29, yet I tell you, even Solomon in all his glory was not arrayed like one of these. 29 ਔਰ 30 ਨੂੰ ਵੀ ਦੇਖਦੇ ਹਾਂ। ਮੈਂ ਤੁਹਾਨੂੰ ਦੱਸਦਾ ਹਾਂ ਕਿ ਸੁਲੇਮਾਨ ਬੇਸ਼ੱਕ ਬਹੁਤ ਧਨੀ ਰਾਜਾ ਸੀ, ਪਰ ਫਿਰ ਵੀ ਉਸਦੇ ਵਸਤਰ ਵੀ ਇਹਨਾਂ ਫੁੱਲਾਂ ਨਾਲੋਂ ਵੱਧ ਸੁੰਦਰ ਨਹੀਂ ਸਨ। ਸੋ ਜੇਕਰ ਪਰਮੇਸ਼ਰ ਇਹ ਘਾਹ ਨੂੰ ਜੋ ਅੱਜ ਮੈਦਾਨ ਵਿੱਚ ਹੈ ਤੇ ਕੱਲ ਭੱਠੀ ਵਿੱਚ ਝੋਕੀ ਜਾਏਗੀ ਇਸ ਤਰ੍ਹਾਂ ਸਜਾਉਂਦਾ ਹੈ ਤਾਂ ਉਹ ਤੁਹਾਨੂੰ ਕਿਉਂ ਨਾ ਪਾਉਣ ਲਈ ਦੇਵੇਗਾ। ਤੁਹਾਡਾ ਵਿਸ਼ਵਾਸ ਕਿੰਨਾ ਘੱਟ ਹੈ। ਇਸ ਲਈ ਇਹ ਕਹਿ ਕੇ ਚਿੰਤਾ ਨਾ ਕਰੋ, ਅਸੀਂ ਕੀ ਖਾਵਾਂਗੇ, ਕੀ ਪੀਵਾਂਗੇ ਜਾਂ ਅਸੀਂ ਕੀ ਪਹਿਨਾਂਗੇ। Yeah, you can do the whole thing. ਓਕੇ, ਆਮ ਲੋਕੀ ਇਹਨਾਂ ਚੀਜ਼ਾਂ ਦੀ ਭਾਲ ਵਿੱਚ ਰਹਿੰਦੇ ਹਨ, ਪਰ ਤੁਹਾਡਾ ਪਿਤਾ ਜੋ ਸਵਰਗ ਵਿੱਚ ਹੈ ਜਾਣਦਾ ਹੈ ਕਿ ਤੁਹਾਨੂੰ ਇਹਨਾਂ ਸਭ ਚੀਜ਼ਾਂ ਦੀ ਲੋੜ ਹੈ। ਇਸ ਲਈ ਤੁਸੀਂ ਸਭ ਤੋਂ ਪਹਿਲਾਂ ਪਰਮੇਸ਼ਰ ਦੇ ਰਾਜ ਅਤੇ ਉਸ ਦੀ ਇੱਛਾ ਨੂੰ ਖੋਜੋ ਤਾਂ ਇਹ ਸਭ ਚੀਜ਼ਾਂ ਪਰਮੇਸ਼ਰ ਆਪ ਹੀ ਤੁਹਾਨੂੰ ਦੇਵੇਗਾ। ਇਸ ਲਈ ਕੱਲ੍ਹ ਦੀ ਚਿੰਤਾ ਨਾ ਕਰੋ, ਕੱਲ੍ਹ ਆਪ ਆਪਣੀ ਚਿੰਤਾ ਕਰੇਗਾ। ਅੱਜ ਦੇ ਲਈ ਅੱਜ ਦਾ ਦੁੱਖ ਹੀ ਬਹੁਤ। So this is very powerful because Jesus is making clear that there's no point in being anxious because all of our days are numbered. ਇਹ ਬੜਾ ਅਸਰਦਾਰ ਵਚਨ ਹੈ ਕਿਉਂਕਿ ਸਾਡੇ ਜ਼ਿੰਦਗੀ ਦੇ ਦਿਨ ਗਿਣੇ ਮਿਥੇ ਹਨ। And even when creation, even when the birds of the air do nothing, God still takes care of them. ਉਹ ਜਦੋਂ ਪੰਛੀ ਕੁਝ ਨਹੀਂ ਕਰਦੇ ਔਰ ਉਹਨਾਂ ਨੂੰ ਸਾਰੀ ਚੀਜ਼ ਦਿੱਤੀ ਜਾਂਦੀ ਹੈ ਤਾਂ ਸਾਡਾ ਕਿਉਂ ਨਾ ਬੰਦੋਬਸਤ ਕੀਤਾ ਜਾਏਗਾ। And even by saying, and all these things will be added to you, he makes clear that it is God who provides, not us working for it. ਯੀਸ਼ੂ ਮਸੀਹ ਨੇ ਮਤੀ 6:33 ਦੇ ਵਿੱਚ ਬਿਲਕੁਲ ਸਾਫ਼ ਕੀਤਾ ਹੈ ਕਿ ਪ੍ਰਭੂ ਤੁਹਾਡੀਆਂ ਸਾਰੀਆਂ ਚੀਜ਼ਾਂ ਦਾ ਬੰਦੋਬਸਤ ਕਰੇਗਾ। And it's interesting that he mentions Solomon in this passage. ਔਰ ਇਸ ਪੈਸੇਜ ਦੇ ਵਿੱਚ ਉਹ ਸੁਲੇਮਾਨ ਰਾਜਾ ਦੀ ਮਿਸਾਲ ਵੀ ਦਿੰਦਾ ਹੈ। And we won't go through the verses about Solomon, but what's clear when you study the life of Solomon in the Old Testament is that Solomon was the richest person in the world. ਬੇਸ਼ੱਕ ਅਸੀਂ ਉਹਨਾਂ ਪੈਸੇਜ ਦੇ ਵਿੱਚ ਨਹੀਂ ਜਾਵਾਂਗੇ, ਪਰ ਜਦੋਂ ਅਸੀਂ ਪੁਰਾਣਾ ਨਿਯਮ ਦੇਖਦੇ ਹਾਂ ਕਿ ਸੁਲੇਮਾਨ ਸਾਰਿਆਂ ਨਾਲੋਂ ਅਮੀਰ ਬਾਦਸ਼ਾਹ ਸੀਗਾ। Not only was he the richest person in the world, he was the smartest person in the world. ਉਹ ਨਾ ਸਿਰਫ ਸਭ ਤੋਂ ਜ਼ਿਆਦਾ ਅਮੀਰ ਸੀਗਾ ਬਲਕਿ ਸਭ ਤੋਂ ਸਮਾਰਟ ਅਤੇ ਬੁੱਧੀਮਾਨ ਵੀ ਸੀ। Yeah, so imagine having those two together. I mean, when you think of someone smart today, you probably think of someone like Bill Gates. ਜਦੋਂ ਤੁਸੀਂ ਅੱਜ ਕੱਲ੍ਹ ਦੇ ਸਮਾਰਟ ਦਾ ਅੰਦਾਜ਼ਾ ਲਾਉਂਦੇ ਹੋ ਤਾਂ ਸ਼ਾਇਦ ਤੁਹਾਡੇ ਦਿਮਾਗ ਦੇ ਵਿੱਚ ਬਿਲ ਗੇਟਸ ਦੀ ਫੋਟੋ ਆਉਂਦੀ ਹੋਏਗੀ, ਪਰ ਸੁਲੇਮਾਨ ਦੇ ਕੋਲ ਇੱਥੇ ਦੋਨੋਂ ਚੀਜ਼ਾਂ ਨੇ। Yeah, and he's also wise. And when a lot of people think of people wise, they think of, they think of great political leaders, or some people, I don't know, they think of Oprah because they think she has all the spiritual answers. ਚਲੋ ਉਹ ਇੱਕ ਵਾਰੀ ਫਿਰ ਰਿਪੀਟ ਕਰ। Some people think of Oprah when they think of some wise person. ਕਈ ਲੋਕੀ ਓਪਰਾ ਦੇ ਬਾਰੇ ਸੋਚਦੇ ਨੇ, ਉਹ ਸਿਆਣੇ ਬੰਦਿਆਂ ਦੇ ਬਾਰੇ ਦਿਮਾਗ ਦੇ ਵਿੱਚ ਨਕਸ਼ਾ ਬਣਾਉਂਦੇ ਰਹਿੰਦੇ ਨੇ। Yeah, so there's different people in life who we connect being smart with and having a lot of spiritual wisdom. ਕਈਆਂ ਨੂੰ ਅਸੀਂ ਦੇਖਦੇ ਹਾਂ ਕਿ ਜਿਹੜੇ ਬਹੁਤੇ ਸਮਾਰਟ ਵਾਲੀ ਧਾਰਨਾ ਬਣਾਈ ਰੱਖਦੇ ਆ, ਕਈਆਂ ਵਾਲੇ ਦੇਖਦੇ ਹਾਂ ਕਿ ਉਹਨਾਂ ਕੋਲ ਸਪੈਸ਼ਲ ਵਿਜ਼ਡਮ But ਹੈ। Solomon has both of those things. ਪਰ ਸੋਲਮਨ ਨੂੰ ਪ੍ਰਭੂ ਨੇ ਇਹ ਦੋਨਾਂ ਚੀਜ਼ਾਂ ਦੀ ਬਖਸ਼ਿਸ਼ ਦਿੱਤੀ ਹੋਈ ਸੀ। Not only that, Solomon was chosen to build the house of God. ਇਹੀ ਇੱਥੇ ਹੀ ਬਸ ਨਹੀਂ ਹੈ, ਸੁਲੇਮਾਨ ਬਾਦਸ਼ਾਹ ਨੂੰ ਪ੍ਰਭੂ ਦਾ ਮੰਦਿਰ ਬਣਾਉਣ ਲਈ ਵੀ ਚੁਣਿਆ ਗਿਆ ਸੀ। The smartest guy and the wisest guy was built. Just think about that for a second. That's amazing. Only one person was selected to build the temple of God, and that was Solomon. ਸਾਰੇ ਗੁਣਾਂ ਨਾਲ ਭਰਪੂਰ ਬੰਦੇ ਨੂੰ ਮੰਦਿਰ ਲਈ ਚੁਣਿਆ ਗਿਆ ਔਰ ਇਹ ਨਾਮ ਲਈ ਸੁਲੇਮਾਨ ਦਾ ਹੀ ਨਾਂ ਚੁਣਿਆ ਗਿਆ। So he had what a lot of people in that culture wanted. He had what people wanted in life. He had all the wealth you could want. ਜੋ ਕੁਝ ਬੰਦੇ ਨੂੰ ਜ਼ਿੰਦਗੀ ਦੇ ਵਿੱਚ ਚਾਹੀਦਾ ਹੈ ਉਹ ਸੁਲੇਮਾਨ ਦੇ ਕੋਲ ਸਭ ਕੁਝ ਹੀ ਸੀਗਾ। But what we also know from Solomon is that he lost the blessing of God. ਪਰ ਅਸੀਂ ਜਦੋਂ ਸੁਲੇਮਾਨ ਦੇ ਜੀਵਨ ਪੜ੍ਹਦੇ ਹਾਂ, ਇਤਿਹਾਸ ਦੀ ਕਿਤਾਬ ਪੜ੍ਹਦੇ ਹਾਂ, ਦੇਖਦੇ ਹਾਂ ਸੁਲੇਮਾਨ ਦੇ ਕੋਲੋਂ ਸਭ ਕੁਝ ਹੀ ਖੁੱਸ ਗਿਆ। Though Solomon built the temple of God, eventually he rebelled against God
and he chose certain women over God. ਬੇਸ਼ੱਕ ਸੁਲਮਨ ਨੇ ਪ੍ਰਭੂ ਦੇ ਲਈ ਮੰਦਰ ਬਣਾਇਆ, ਪਰ ਬਾਅਦ ਦੇ ਵਿੱਚ ਉਹ ਪਿਤਾ ਪਰਮੇਸ਼ਰ ਦੇ ਵਿਰੋਧ ਦੇ ਵਿੱਚ ਖੜਾ ਹੋ ਗਿਆ ਔਰ ਪਰਮੇਸ਼ਰ ਨੂੰ ਪਹਿਲ ਦੇਣ ਦੀ ਬਜਾਏ ਉਹਨੇ ਅਨੇਕਾਂ ਮੈਰਿਜ ਕਰਨ ਨੂੰ ਪਹਿਲ ਦਿੱਤੀ। He married people that God told him not to marry. ਉਹਨੇ ਉਹਨਾਂ ਪਤਨੀਆਂ ਦੇ ਨਾਲ ਸ਼ਾਦੀਆਂ ਕੀਤੀਆਂ ਜਿਨ੍ਹਾਂ ਦੇ ਬਾਰੇ ਪ੍ਰਭੂ ਨੇ ਉਹਨਾਂ ਨੂੰ ਕਰਨ ਤੋਂ ਮਨਾ ਕੀਤਾ ਹੋਇਆ ਸੀ। He also started idol worshiping. ਔਰ ਉਹ ਮੂਰਤੀ ਪੂਜਾ ਦੇ ਵਿੱਚ ਵੀ ਚਲਾ ਗਿਆ। And he idol worshipped in the temple, in the house of God. He started idol worshiping. ਹੋਰ ਤਾਂ ਕੀ ਉਹ ਤਾਂ ਮੰਦਰ ਦੇ ਵਿੱਚ ਵੀ ਮੂਰਤੀਆਂ ਦੀ ਪੂਜਾ ਕਰਨ ਲੱਗ ਪਿਆ ਸੀ। So Solomon had forgotten who had gave him everything in the first place. ਇਹ ਚੀਜ਼ ਸੁਲਮਨ ਬਿਲਕੁਲ ਹੀ ਭੁੱਲ ਗਿਆ ਕਿ ਉਹਨੂੰ ਇਸ ਦਰਜੇ ਤੇ ਲਿਆਉਣ ਵਾਲਾ ਕੌਣ ਸੀ, ਸਭ ਕੁਝ ਦੇਣ ਵਾਲਾ ਕੌਣ ਸੀ। So even though Solomon at one point in his life was seeking the kingdom of God first, ਕਿਸੇ ਸਮੇਂ ਸੁਲਮਨ ਪ੍ਰਭੂ ਦੇ ਰਾਜ ਦੀ ਪਹਿਲਾਂ ਖੋਜ ਕਰ ਰਿਹਾ ਸੀ, he stopped doing that. ਪਰ ਉਸਨੇ ਬਾਅਦ ਦੇ ਵਿੱਚ ਇਹ ਕਰਨਾ ਬੰਦ ਕਰ ਦਿੱਤਾ। So he still had those things that God gave him, ਉਹਦੇ ਕੋਲ ਉਹ ਚੀਜ਼ਾਂ ਸੀਗੀਆਂ ਜਿਹੜੀਆਂ ਪ੍ਰਭੂ ਨੇ ਉਹਨੂੰ ਦਿੱਤੀਆਂ ਸਨ, but he lost the ultimate treasure, which was being in an awesome relationship with ਪਰ God. ਜਿਹੜਾ ਸੁੰਦਰ ਖਜ਼ਾਨਾ ਸੀ, ਜਿਹੜਾ ਪ੍ਰਭੂ ਦੇ ਨਾਲ ਮੇਲ ਜੋਲ ਦਾ ਸੁੰਦਰ ਖਜ਼ਾਨਾ ਸੀ, ਉਹ ਗਵਾ ਬੈਠਾ। And this passage, it's saying that not even Solomon was arrayed like one of these. ਔਰ ਇਸ ਬਚਨ ਦੇ ਵਿੱਚ ਅਸੀਂ ਇਹ ਪੜ੍ਹਦੇ ਹਾਂ ਕਿ ਸੁਲਮਨ ਨੂੰ ਵੀ ਇਦਾਂ ਨਹੀਂ ਸੀ ਪ੍ਰਭੂ ਨੇ ਸਜਾਇਆ ਜਿੱਦਾਂ ਪ੍ਰਭੂ ਘਾਹ ਨੂੰ ਸਜਾਉਂਦਾ ਹੈ। Yeah, and I think Jesus is saying that because he's saying that God is so precious, he's so beautiful, that God is more important than Solomon. ਯਿਸੂ ਮਸੀਹ ਇਹ ਦੱਸਣ ਦੀ ਕੋਸ਼ਿਸ਼ ਕਰ ਰਿਹਾ ਕਿ ਪ੍ਰਭੂ ਇੰਨਾ ਮਹਾਨ ਹੈ ਕਿ ਪ੍ਰਭੂ ਸੁਲਮਨ ਨਾਲੋਂ ਵੀ ਕਿਤੇ ਮਹਾਨ ਆ। That's right. So there's 4 things then. God wants us to have an eternal perspective. 4 ਚੀਜ਼ਾਂ ਦੱਸੀਆਂ ਗਈਆਂ ਨੇ ਜਿਹੜੀਆਂ ਪ੍ਰਭੂ ਦੇ ਰਾਜ ਦੇ ਬਾਰੇ ਜਿਨ੍ਹਾਂ ਦੀ ਅਸੀਂ ਚਰਚਾ ਕੀਤੀ ਆ। God is more important than money. ਪੈਸੇ ਨਾਲੋਂ ਪ੍ਰਭੂ ਕਿਤੇ ਉੱਤਮ ਆ। Human beings are more important than creation. ਬੰਦੇ ਕ੍ਰੀਏਸ਼ਨ ਨਾਲੋਂ ਕਿਤੇ ਉੱਤਮ ਆ। And God is sovereign. He gives and he takes away. ਅੰਤ ਦੇ ਵਿੱਚ ਰਾਜਾ ਸਭ ਦਾ ਪ੍ਰਭੂ ਹੀ ਹੈ, ਉਹੀ ਚੀਜ਼ਾਂ ਦਿੰਦਾ ਹੈ ਤੇ ਉਹੀ ਚੀਜ਼ਾਂ ਵਾਪਸ ਲੈ So ਲੈਂਦਾ। these things then help us to focus on today and not tomorrow. ਅਸੀਂ ਇਹਨਾਂ ਚੀਜ਼ਾਂ ਤੇ ਜਦੋਂ ਫੋਕਸ ਕਰੀਏ ਤਾਂ ਫਿਰ ਸਾਨੂੰ ਇਦਾਂ ਸੋਚਣਾ ਪੈਂਦਾ ਕਿ ਅੱਜ ਹੀ ਪ੍ਰਭੂ ਦੇ ਰਾਜ ਵੱਲ ਧਿਆਨ ਦਈਏ। When you are seeking the kingdom of God and his righteousness, you do not worry about tomorrow. ਜਦੋਂ ਤੁਸੀਂ ਪ੍ਰਭੂ ਦੇ ਰਾਜ ਦੀ ਖੋਜ ਕਰਦੇ ਆ ਤਾਂ ਤੁਹਾਨੂੰ ਆਪਣੇ ਕੱਲ ਦੇ ਬਾਰੇ ਸੋਚਣ ਦੀ ਲੋੜ ਨਹੀਂ ਆ, Because your heart is attached to something. ਕਿਉਂਕਿ ਤੁਹਾਡਾ ਦਿਲ ਇੱਕ ਐਸੀ ਉੱਤਮ ਚੀਜ਼ ਨਾਲ ਜੁੜਿਆ ਹੋਇਆ It's ਹੈ attached to heaven, which can never be taken away from you. ਜਿਹੜਾ ਸਵਰਗ ਨਾਲ ਜੁੜਿਆ ਹੋਇਆ ਹੈ, ਜਿਹੜਾ ਕਦੇ ਵੀ ਤੁਹਾਡੇ ਕੋਲੋਂ ਵਾਪਸ ਨਹੀਂ ਲਿਆ ਜਾਏਗਾ। You would never let something like money become more important than God because you love God so much. ਜੇ ਤੁਸੀਂ ਇਹ ਸੋਚ ਰੱਖਦੇ ਹੋਵੋਗੇ ਤੇ ਤੁਸੀਂ ਪੈਸੇ ਨੂੰ ਪਹਿਲਾ ਸਥਾਨ ਕਦੇ ਵੀ ਨਹੀਂ ਦਿਓਗੇ। You would know just by looking at the weather, just by looking at the animals, how much God takes care of his ਜਦੋਂ ਅਸੀਂ creation. ਵੈਦਰ ਦੇ ਬਾਰੇ ਦੇਖਦੇ ਹਾਂ, ਜਾਨਵਰਾਂ ਦੇ ਬਾਰੇ ਦੇਖਦੇ ਹਾਂ ਤਾਂ ਪਤਾ ਲੱਗਦਾ ਹੈ ਪ੍ਰਭੂ ਕਿੰਨੀ ਪਰਵਾਹ ਕਰਦਾ ਹੈ। And you would know that all your days are numbered. ਔਰ ਤੁਹਾਨੂੰ ਇਹ ਵੀ ਪਤਾ ਹੈ ਕਿ ਸਾਡੇ ਤਾਂ ਦਿਨ ਗਿਣੇ ਹੋਏ ਨੇ। That no matter how hard you work, how smart you are, there's a time for everyone. ਕਿੰਨਾ ਸਖਤ ਤੁਸੀਂ ਮਿਹਨਤ ਕਰ ਲਓ, ਕਿੰਨੇ ਬੁੱਧੀਮਾਨ ਤੁਸੀਂ ਬਣ ਜਾਓ, ਪਰ ਅੰਤ ਤਾਂ ਮਿਥਿਆ ਹੋਇਆ ਹੀ ਆ ਸਭ ਦਾ। So sufficient for the day is its own trouble, Jesus ends this story off with. 24 ਘੰਟੇ ਦਾ ਹੀ ਜਿਹੜਾ ਕਲੇਸ਼ ਕਾਫੀ ਆ, ਉਹ ਤੋਂ ਵਾਧੂ ਬੋਝ ਪਾਉਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। Yeah, the last verse, if you want to read it in verse 34. ਜੇ ਛੇਕੜੀ ਵਰਸ ਜਿਹੜੀ ਹੁਣ ਮੈਂ ਪੜ੍ਹਦਾ ਹਾਂ, ਜਿਹੜੀ 34 ਆ, ਉਹ ਉਸ ਨੂੰ ਖੋਲ ਕੇ ਦੇਖਦੇ ਹਾਂ। This is how Jesus ends it. Matthew chapter 6, verse 34. 6ਵੇਂ ਦਾ 34 ਦੇਖਦੇ ਹਾਂ, ਮਤੀ 6 ਦਾ 34, 11 ਨੰਬਰ ਪੰਨੇ ਤੇ ਹੈ। ਇਸ ਲਈ ਕੱਲ ਦੀ ਚਿੰਤਾ ਨਾ ਕਰੋ, ਕੱਲ ਆਪ ਆਪਣੀ ਚਿੰਤਾ ਕਰੇਗਾ, ਅੱਜ ਦੇ ਲਈ ਅੱਜ ਦਾ ਦੁੱਖ ਹੀ ਬਹੁਤ ਹੈ। So here's the question. ਇੱਥੇ ਇੱਕ ਪ੍ਰਸ਼ਨ ਉੱਠਦਾ ਹੈ, You need to be focused on today. ਇਹਦੇ ਤੇ ਤੁਹਾਨੂੰ ਅੱਜ ਹੀ ਧਿਆਨ ਕਰਨ ਦੀ ਲੋੜ ਆ। For one thing, tomorrow never comes. ਹੋ ਸਕਦਾ ਕੱਲ ਨਾ ਹੀ ਆਏ, And it never does. ਔਰ ਕਈ ਵਾਰੀ ਇਹ ਆਉਂਦਾ ਵੀ ਨਹੀਂ ਆ। Because every day is today. ਹਰ ਦਿਨ ਤਾਂ ਅੱਜ ਹੈ, ਆਉਣ ਵਾਲੇ ਦਿਨ ਨੂੰ ਤਾਂ ਅਸੀਂ ਕੱਲ ਕਹਿੰਦੇ ਆ। Today, there's things in the world that want your heart. Today, there's things in the world that want your heart. ਅੱਜ ਦੇ ਦਿਨ ਦੀਆਂ ਜਿਹੜੀਆਂ ਚੀਜ਼ਾਂ ਆ ਤੁਹਾਡੇ ਦਿਲ ਲਈ ਅੱਜ ਹੀ ਜ਼ਰੂਰੀ ਨੇ। Today, you will be tempted to serve money and not God. ਅੱਜ ਹੀ ਤੁਸੀਂ ਇਹ ਫੈਸਲਾ ਕਰੋ ਕਿ ਮੈਂ ਪ੍ਰਭੂ ਦੀ ਸੇਵਾ ਕਰਨੀ ਆ, ਪੈਸੇ ਦੀ ਸੇਵਾ ਨਹੀਂ ਕਰਨੀ। Today, you will be tempted to worry and not trust God.
ਤੂੰ ਅੱਜ ਹੀ ਖਿਆਲ ਕਰਨਾ ਹੈ ਕਿ ਤੁਸੀਂ ਚਿੰਤਾ ਕਰਨੀ ਹੈ ਜਾਂ ਰੱਬ ਤੇ ਨਹੀਂ ਵਿਸ਼ਵਾਸ ਕਰਨਾ। ਅੱਜ ਹੀ ਡਿਸੀਜਨ ਲੈਣਾ ਪੈਣਾ, ਕੱਲ ਤੇ ਨਹੀਂ। ਕੋਈ ਡੋਂਟ ਲਿੰਗਰ ਔਨ ਦੀ ਥਿੰਗਸ ਔਨ ਟੁਮਾਰੋ। Today, you will also be tempted to think that you control your own life. ਇਹ ਹੀ ਅੱਜ ਸੋਚਣਾ ਪੈਣਾ ਹੈ ਕਿ ਤੁਸੀਂ ਆਪਣਾ ਜੀਵਨ ਕੀ ਆਪ ਕੰਟਰੋਲ ਕਰਨਾ। Yeah, so all these things the enemy, Satan, will tempt you with. ਪੂਰੀ ਪ੍ਰੀਖਿਆ, ਕੋਸ਼ਿਸ਼ yeah, ਪ੍ਰੀਖਿਆ। ਸ਼ੈਤਾਨ ਪੂਰੀ ਕੋਸ਼ਿਸ਼ ਕਰੇਗਾ ਤੁਹਾਨੂੰ ਇਹਨਾਂ ਚੀਜ਼ਾਂ ਦੇ ਵਿੱਚ ਉਲਝਾਉਣ ਦੀ। Yeah, so there's some dangerous things that you can also take from this teaching. ਇਸ ਉਪਦੇਸ਼ ਤੋਂ ਕਈ ਖਤਰਨਾਕ ਚੀਜ਼ਾਂ ਵੀ ਤੁਸੀਂ ਸਿੱਖ ਸਕਦੇ ਹੋ। Yeah, so I want to make sure you don't have any false interpretations. ਮੈਂ ਤੁਹਾਨੂੰ ਇਹ ਜ਼ਰੂਰ ਵਿਸ਼ਵਾਸ ਦਿਵਾਉਂਗਾ ਕਿ ਕਿਤੇ ਗਲਤ ਪਾਸੇ ਵੱਲ ਨੂੰ ਨਾ ਤੁਰ The ਜਾਓ। Bible's clear that hard work is very important. ਸਖਤ ਕੰਮ ਬਹੁਤ ਜ਼ਰੂਰੀ ਆ। The book of Proverbs talks about men and women who work hard and who don't sleep a long time. They work very hard. ਅਸੀਂ ਦੇਖਦੇ ਹਾਂ ਪ੍ਰੋਵਰਬ ਦੇ ਵਿੱਚ, ਅਸੀਂ ਦੇਖਦੇ ਹਾਂ ਕਹਾਵਤਾਂ ਦੇ ਵਿੱਚ ਦੇਖਦੇ ਹਾਂ ਸਖਤ ਕੰਮ ਕਰਨ ਦੇ ਬਾਰੇ ਬੰਦਿਆਂ ਨੂੰ ਔਰ ਔਰਤਾਂ ਨੂੰ ਦੱਸਿਆ ਗਿਆ ਹੈ ਕਿ ਕਰਨਾ ਚਾਹੀਦਾ। Jesus also talks about planning, that planning can be very good. ਜੀਸਸ ਨੇ ਵੀ ਪਲੈਨਿੰਗ ਦੇ ਬਾਰੇ ਜ਼ਿਕਰ ਕੀਤਾ ਹੈ। ਇੱਥੇ ਤੱਕ ਕਿਹਾ ਕਿ ਬਿਨਾਂ ਪਲੈਨਿੰਗ ਤੋਂ ਦੋ ਆਦਮੀ ਇਕੱਠੇ ਨਹੀਂ ਹੋ ਸਕਦੇ। Yeah, planning. Yeah. That's it? Okay, yeah. So planning is very good. Hard work is good. And many believers has used money to do good things. ਪਲੈਨਿੰਗ ਬਹੁਤ ਵਧੀਆ ਹੈ, ਪਲੈਨਿੰਗ ਦੇ ਨਾਲ ਹੀ ਸਭ ਕੁਝ ਕਰਨਾ ਚਾਹੀਦਾ ਹੈ। But what we need to do is we need to rest in God. ਪਰ ਕਰਨਾ ਕੀ ਚਾਹੀਦਾ ਹੈ? ਆਪਣਾ ਵਿਸ਼ਵਾਸ ਪ੍ਰਭੂ ਤੇ ਟਿਕਾ ਕੇ ਰੱਖਣਾ No ਚਾਹੀਦਾ। matter how hard we work, ਕਿੰਨਾ ਵੀ ਸਖਤ ਮਿਹਨਤ ਕਿਉਂ ਨਾ ਕਰੀਏ, and hard work is good, ਸਖਤ ਕੰਮ ਬਹੁਤ ਚੰਗੀ ਚੀਜ਼ ਆ। no matter how hard we plan for the future, ਜਿੰਨਾ ਮਰਜ਼ੀ ਵੀ ਫਿਊਚਰ ਲਈ ਪਲਾਨ ਕਿਉਂ ਨਾ ਕਰਦੇ ਰਹੀਏ, and planning can be good too, ਪਲੈਨਿੰਗ ਬਹੁਤ ਵਧੀਆ ਵੀ ਰਹਿ ਜਾਂਦੀ ਆ। and no matter how much money God has given us, ਕਿੰਨਾ ਧਨ ਪ੍ਰਭੂ ਨੇ ਦਿੱਤਾ, ਠੀਕ ਆ, our hearts must be after Him first. ਪਰ ਸਾਡੇ ਜਿਹੜੇ ਮਨ ਆ ਪ੍ਰਭੂ ਦੇ ਪਿੱਛੇ ਲੱਗੇ ਰਹਿਣੇ ਚਾਹੀਦੇ ਆ। And it's foolish then. ਇਹ ਬੜੀ ਬੇਵਕੂਫੀ ਵਾਲੀ ਗੱਲ ਆ It's foolish to worry and be anxious. ਕਿ ਅਸੀਂ ਚਿੰਤਾ ਦੇ ਵਿੱਚ ਪਈ ਜਾਈਏ। If a guy is sitting on the couch and he's just worrying about tomorrow for 10 minutes, ਜੇ ਇੱਕ ਬੰਦਾ ਕੌਚ ਤੇ ਬੈਠਾ ਹੈ ਤੇ ਉਹ ਕੱਲ ਦੀ ਚਿੰਤਾ ਕਰੀ ਜਾਂਦਾ ਹੈ, 10 ਮਿੰਟ ਕੱਲ ਦੀ ਚਿੰਤਾ ਦੇ ਵਿੱਚ ਹੀ ਲੰਘਾ ਦਿੱਤੇ ਆ। those are 10 minutes that didn't go to prayer. ਉਹ ਜਿਹੜੇ 10 ਮਿੰਟ ਆ ਉਹਨੇ ਪ੍ਰੇਅਰ 'ਚ ਤਾਂ ਲਾਏ ਨਹੀਂ, ਉਹ ਤਾਂ ਉਹਨੇ ਚਿੰਤਾ 'ਚ ਲਾਤੇ। Those are 10 minutes that didn't give praise to God, didn't give thanks to ਨਾ God. ਉਹ 10 ਮਿੰਟ ਉਹਨੇ ਪ੍ਰਭੂ ਦੀ ਮਹਿਮਾ ਕੀਤੀ। So again, we need to really experience God. ਔਰ ਸਾਨੂੰ ਇਹ ਪ੍ਰਭੂ ਦਾ ਇਦਾਂ ਸਾਨੂੰ ਐਕਸਪੀਰੀਅੰਸ ਕਰਨਾ ਚਾਹੀਦਾ। The more your heart experiences the greatness and the glory of God, ਜਿਉਂ-ਜਿਉਂ ਤੁਹਾਡਾ ਦਿਲ ਪ੍ਰਭੂ ਦੀ ਮਹਾਨਤਾ ਨੂੰ ਜਾਣਦਾ ਜਾਏਗਾ, this will be very easy to do. ਫਿਰ ਤਾਂ ਇਹ ਬੜਾ ਆਸਾਨ ਜਿਹਾ ਕੰਮ ਹੋ ਜਾਏਗਾ। It'll be very natural not to worry. ਇਹ and be ਸੰਭਾਵਕ anxious. ਹੋ ਜਾਏਗਾ, ਫਿਰ ਸਾਨੂੰ ਇਹਦੇ ਲਈ ਪਲਾਨ ਨਹੀਂ ਕਰਨਾ ਪਊਗਾ। Yeah. So don't leave her thinking, "Whoa, I need to do all this." No, it's rest and just embrace God and His greatness. ਆਪਣੇ ਦਿਮਾਗ ਨੂੰ ਬਹੁਤੀਆਂ ਚੀਜ਼ਾਂ 'ਚ ਨਾ ਉਲਝਾਓ, ਪ੍ਰਭੂ ਦੇ ਨਾਲ ਇਹਨੂੰ ਜੋੜ ਰੱਖੋ। And the last thing I'll say is, God at one point says, "Heaven is my throne and earth is my footstool." ਪ੍ਰਭੂ ਨੇ ਤਾਂ ਇਹ ਗੱਲ ਕਹਿ ਦਿੱਤੀ ਆ, ਸਵਰਗ ਮੇਰਾ ਸਿੰਘਾਸਨ ਹੈ ਤੇ ਧਰਤੀ ਮੇਰੇ ਪੈਰਾਂ ਦੀ ਚੌਂਕੀ ਆ। Why would we become more obsessed with the footstool? ਫੇਰ ਸਾਨੂੰ ਇਦਾਂ ਦੀ ਚਿੰਤਾ ਕਰਨ ਦੀ ਕੀ ਲੋੜ ਆ ਜੇ ਅਸੀਂ ਇਦਾਂ ਦੀ ਚੀਜ਼ ਨਾਲ ਜੁੜੇ ਹੋਏ ਆ ਤਾਂ। Do not become obsessed with the footstool of God. Be obsessed with the throne of God. ਪ੍ਰਭੂ ਦੇ ਸਿੰਘਾਸਨ ਨਾਲ ਨੂੰ ਨਜ਼ਰਾਂ ਲਗਾ ਕੇ ਰੱਖੋ, ਥੱਲੇ ਧਰਤੀ ਵੱਲ ਨੂੰ ਨਜ਼ਰਾਂ ਨਾ ਲਗਾ ਕੇ ਰੱਖੋ। Because earth is just His footstool. ਅਰਥ ਜਿਹੜਾ ਇਹ ਤਾਂ ਪੈਰਾਂ ਦੀ ਚੌਂਕੀ ਆ। Yeah. So, as Jesus says, sufficient for the day is its own trouble. ਯਿਸੂ ਮਸੀਹ ਨੇ ਕਿਹਾ 24 ਘੰਟਿਆਂ ਦੀ ਚਿੰਤਾ ਕਰੋ, ਅੱਜ ਦਾ ਦਿਨ ਹੀ ਅੱਜ ਲਈ ਕਾਫੀ ਆ। Yeah. Don't waste today. ਅੱਜ ਦੇ ਦਿਨ ਨੂੰ ਨਾ ਰਾਗਾਂ ਜਾਣ ਦਿਓ ਪਈ ਅੱਜ ਦੇ ਕੰਮ ਕੱਲ ਤੇ ਕਰ ਲਵਾਂਗਾ। ਅੱਜ ਦੇ ਦਿਨ ਦਾ ਮੈਕਸਿਮਮ ਬੈਨੀਫਿਟ ਲੈ ਲਓ। That's right. Okay, I'll just pray and end this. God, I thank you for your goodness and your love. And God, I just pray for you to help us deal with anxiety and worry, God. I pray for our worry to be turned into thanksgiving. I pray for our anxiety to be turned into praise. And I just thank you, Lord, that you want our heart to be focused on heaven, on things that cannot be taken away. You want us to just look at creation and see how beautiful we are, that you take care of creation, so obviously you would take care of us.
and you want us to know that you are in control, God. And I just pray, Lord, for us to just continue to learn more about you so that our heart is just resting in you, Lord. None of our hard work can add a single hour to our life, God. So I just pray, Lord, that we maximize today, Lord, for you. In Jesus' name, amen.